ਰਿਦ ਕਰ ਪਰਗਾਸ, ਰਿਦ ਕਰ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅਸੀਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਅਰਥ, ਉਚਾਰਨ ਅਤੇ ਵਿਸ਼ਰਾਮ ਪ੍ਰਮਾਣਾ ਸਹਿਤ ਸਰਵਣ ਕਰ ਰਹੇ ਹਾਂ। We are listening to Japji Sahib part with meaning, pronunciation, punctuation and examples. ਸੋ ਵਿਦਵਾਨ ਪੁਰਸ਼ਾਂ ਨੇ ਗੁਰਬਾਣੀ ਨੂੰ ਸਮਝਣ ਵਾਸਤੇ ਤਿੰਨ ਤਰ੍ਹਾਂ ਦੇ ਵਿਸ਼ਰਾਮ ਮੰਨੇ ਹਨ। ਵਿਸ਼ਰਾਮ ਮੀਨਸ ਪਾਉਜ, ਥੋੜਾ ਰੁਕਣਾ। ਅਲਪ ਵਿਸ਼ਰਾਮ, ਅਰਧ ਵਿਸ਼ਰਾਮ, ਪੂਰਨ ਵਿਸ਼ਰਾਮ। ਅਲਪ ਵਿਸ਼ਰਾਮ means a short pause. Ardha Vishram means a slightly longer pause than Alpa Vishram. Purna Vishram means a full stop. ਇਸ ਤਰ੍ਹਾਂ ਦੇ ਨਾਲ ਇਹ ਤਿੰਨ ਤਰ੍ਹਾਂ ਦੇ ਵਿਸ਼ਰਾਮ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਜੋ ਜਪਜੀ ਸਾਹਿਬ ਜੀ ਦੀ ਬਾਣੀ ਦੇ ਅਰਥ ਕੀਤੇ ਹਨ, ਉਹ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਤੇ ਫਰੀਦਕੋਟ ਵਾਲੇ ਟੀਕੇ ਦੇ ਅਨੁਸਾਰ ਭਾਈ ਮਨੀ ਸਿੰਘ ਜੀ ਸੰਸਥਾ ਦੇ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਅਰਥ ਕੀਤੇ ਆ। ਅਮੀਰ ਭੰਡਾਰ ਨਾਮ ਦੇ ਪਾਠ ਬਣਾਏ ਹਨ 10, ਉਹਦੇ ਦੇ ਅਨੁਸਾਰ ਇਹ ਮੇਨ ਰੈਫਰੈਂਸ ਹੈ। ਹੋਰ ਵੀ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼, ਗੁਰਬਾਣੀ ਐਕਸਪਲੋਰਰ, ਈਸ਼ਰ ਮਾਈਕਰੋਮੀਡੀਆ, ਹੋਰ ਵਿਦਵਾਨ ਪੁਰਸ਼ ਜਿਵੇਂ ਭਾਈ ਮਾਨ ਸਿੰਘ ਜੀ ਝੀਵਰ ਜਾਂ ਹੋਰ ਕਿੰਨੇ ਵਿਦਵਾਨ ਹੋਏ ਹਨ, ਸਾਰਿਆਂ ਦੇ ਵਿਚਾਰਾਂ ਨੂੰ ਪੜ੍ਹਿਆ ਜਪਜੀ ਸਾਹਿਬ ਬਾਰੇ। ਫਿਰ ਉਹਨਾਂ ਸਾਰਿਆਂ ਦੇ ਵਿਚਾਰਾਂ ਨੂੰ ਲਿਖਿਆ ਨੂੰ ਵਿਚਾਰ ਕੇ ਫਿਰ ਆਪਾਂ ਉਸ ਦੇ ਅਰਥ ਸ਼ਾਰਟਲੀ ਕੀਤੇ ਹਨ। ਸੋ ਹੁਣ ਤੱਕ ਜਪਜੀ ਸਾਹਿਬ ਜੀ ਦੀ ਅਸੀਂ 36 ਪੌੜੀਆਂ ਦੇ ਅਰਥ ਉਚਾਰਨ ਤੇ ਵਿਸ਼ਰਾਮ ਸੁਣ ਚੁੱਕੇ ਹਾਂ ਤੇ 37ਵੀਂ ਪੌੜੀ ਚੱਲ ਰਹੀ ਆਪਣੀ। ਤਾਂ ਆਪਾਂ ਪਿਛਲੇ ਪਾਠ ਦੇ ਵਿੱਚ 37ਵੀਂ ਪੌੜੀ ਦੇ ਅੱਧੀ ਪੌੜੀ ਦੇ ਅਰਥ ਕੀਤੇ ਸਨ, ਕਿਉਂਕਿ ਇਸ 37ਵੀਂ ਪੌੜੀ ਦੇ ਵਿੱਚ ਅੱਧੀ ਪੌੜੀ ਦੇ ਵਿੱਚ ਕਰਮਖੰਡ ਦੀ ਗੱਲ ਕੀਤੀ ਗਈ ਹੈ, ਫਿਰ ਅੱਧੀ ਪੌੜੀ ਦੇ ਵਿੱਚ ਸੱਚਖੰਡ ਦੀ ਗੱਲ ਕੀਤੀ ਗਈ ਹੈ। ਇਸ ਪੌੜੀ ਦੇ ਵਿੱਚ 2 ਖੰਡਾਂ ਦਾ ਵਿਖਿਆਨ ਕੀਤਾ ਗੁਰੂ ਨਾਨਕ ਦੇਵ ਜੀ ਨੇ, ਕਰਮਖੰਡ ਤੇ ਫਿਰ ਉਸ ਤੋਂ ਬਾਅਦ ਸੱਚਖੰਡ। ਸੋ ਆਪਾਂ ਇਹ 37ਵੀਂ ਪੌੜੀ ਦੀ ਅੱਧੀ ਪੌੜੀ ਜੋ ਪੜ੍ਹੀ ਹੈ ਕਰਮਖੰਡ ਦੇ ਵਿਖਿਆਨ ਤੱਕ, ਹੁਣ ਇਸੇ ਪੌੜੀ ਦੇ ਵਿੱਚ ਸੱਚਖੰਡ ਦਾ ਵਿਖਿਆਨ ਸਟਾਰਟ ਹੁੰਦਾ ਹੈ। ਇਹ 37ਵੀਂ ਪੌੜੀ ਵਿੱਚ ਹੀ ਸਤਿਗੁਰੂ ਜੀ ਪਾਰਬ੍ਰਹਮ ਪਰਮੇਸ਼ਰ ਦੇ ਨਿਵਾਸ ਵਾਲੇ ਸਥਾਨ 5ਵੇਂ ਖੰਡ ਸੱਚਖੰਡ ਦਾ ਵਿਖਿਆਨ ਕਰਦੇ ਆ। ਸੋ ਧਿਆਨ ਨਾਲ ਸੁਣਨਾ ਜੀ। ਸੱਚਖੰਡ ਵਸੈ ਨਿਰੰਕਾਰ, ਇੱਕ ਵਿਸ਼ਰਾਮ ਆਊਗਾ ਇੱਥੇ ਵਸੈ ਦੇ ਉੱਪਰ। ਸੱਚਖੰਡ ਵਸੈ ਵਿਸ਼ਰਾਮ ਨਿਰੰਕਾਰ। ਸੋ ਇਸ ਤੇ ਆਪਾਂ ਨੋਰਮਲੀ ਹਰ ਵਾਰੀ ਦੱਸਦੇ ਹੁੰਦੇ ਹਾਂ ਵੀ ਇਹ ਵਿਸ਼ਰਾਮ ਦਾ ਮਤਲਬ ਥੋੜਾ ਜਿਹਾ ਰੁਕਣਾ ਹੁੰਦਾ, ਲੌਂਗ ਸਟਾਪ ਨਹੀਂ ਕਰਨਾ, ਇਸ ਤਰ੍ਹਾਂ ਨੋਰਮਲੀ ਪੜ੍ਹਨਾ ਹੁੰਦਾ। ਸੱਚਖੰਡ ਵਸੈ ਨਿਰੰਕਾਰ, ਇਸ ਤਰੀਕੇ ਨਾਲ ਥੋੜਾ ਜਿਹਾ ਪੌਜ਼ ਕਰਨਾ ਹੁੰਦਾ। ਸੋ ਇਸ ਪੰਕਤੀ ਦਾ ਅਰਥ ਹੈ ਕਿ ਸੱਚਾਈ ਦੇ ਮੰਡਲ ਭਾਵ ਦੇਸ਼ ਵਿੱਚ
ਮੰਡਲ ਜਾਂ ਦੇਸ਼ ਇੱਕੋ ਹੀ ਅਰਥ ਹੁੰਦਾ ਹੈ, ਮੰਡਲ ਕਹਿ ਲਓ ਜਾਂ ਦੇਸ਼ ਕਹਿ ਲਓ। ਤਾਂ ਸਚਾਈ ਦੇ ਦੇਸ਼ ਵਿੱਚ ਸ਼ਕਲ ਸੂਰਤ ਤੋਂ ਰਹਿਤ, ਜਨਮ ਮਰਨ ਤੋਂ ਰਹਿਤ ਅਕਾਲ ਪੁਰਖ ਵਾਹਿਗੁਰੂ ਆਪਣੇ ਭਗਤਾਂ ਸਮੇਤ ਆਪ ਵਸਦਾ ਹੈ। ਸੱਚਖੰਡ ਵਸੇ, ਸੱਚਖੰਡ ਦੇ ਵਿੱਚ ਵਸਦਾ ਹੈ ਕੌਣ? ਨਿਰੰਕਾਰ, ਨਿਰੰਕਾਰ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਰਾਮ ਅੱਲਾ ਖੁਦਾ, ਜੋ ਵੀ ਦੁਨੀਆ ਤੇ ਉਸ ਦੇ ਨਾਮ ਲਏ ਜਾਂਦੇ ਆ, ਉਹ ਹੈ ਇੱਕੋ ਹੀ ਰੂਪ ਤੇ ਇੱਕ ਰੂਪ ਹੋ ਕੇ ਉੱਥੇ ਵਸਦਾ ਹੈ ਸੱਚਖੰਡ ਵਿੱਚ। ਤੇ ਇਸ ਦੁਨੀਆ ਤੇ ਸਾਰਿਆਂ ਦੀ ਭਾਵਨਾ ਦੇ ਅਨੁਸਾਰ ਜਿਨ ਕੀ ਰਹੀ ਭਾਵਨਾ ਜੈਸੀ ਪ੍ਰਭ ਮੂਰਤ ਦੇਖੀ ਤਿਨ ਤੈਸੀ। ਜਿਵ ਜੇ ਨਾਮ ਦੇ ਨਾਲ ਕੋਈ ਉਸ ਨੂੰ ਯਾਦ ਕਰਦਾ ਹੈ ਇੱਕੋ ਹੀ ਉਹ, ਪਰ ਕੋਈ ਵੀ ਜਿਹੋ ਜਿਹੇ ਨਾਮ ਨਾਲ ਉਸ ਨੂੰ ਯਾਦ ਕਰਦਾ ਉਹ ਉਹੋ ਜਿਹੀ ਮੂਰਤ ਬਣ ਕੇ ਉਹਦੇ ਸਾਹਮਣੇ ਆ ਜਾਂਦਾ, ਉਸੇ ਰੂਪ ਉਸੇ ਨਾਮ ਦੇ ਵਿੱਚ ਉਹਨੂੰ ਆ ਕੇ ਮਿਲਦਾ ਹੈ ਜਾਂ ਉਹਦੇ ਕੰਮ ਕਰਦਾ। ਪਰ ਪਰਮਾਤਮਾ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੈ, ਕਿਸੇ ਜਾਤ ਧਰਮ ਨੂੰ ਛੋਟਾ ਵੱਡਾ ਨਹੀਂ ਸਮਝਦੇ, ਸਾਰੇ ਉਹਦੇ ਵਾਸਤੇ ਇੱਕੋ ਹੀ ਹੈ। ਮੋਨੇ ਸੰਤ, ਸਾਧੂ ਸੰਤ, ਜਟਾਂ ਵਾਲੇ ਸੰਤ, ਰਾਮ ਜਪਣ ਵਾਲੇ, ਤਸਬੀਹ ਵਾਲੇ ਫਕੀਰ, ਗੁਰਸਿੱਖੀ ਵਾਲੇ ਮਹਾਂਪੁਰਖ, ਇਹ ਸਾਰੇ ਉਹਦੇ ਦਰਵਾਜ਼ੇ ਵਿੱਚ ਉਹਦੇ ਘਰ ਦੇ ਵਿੱਚ ਇੱਕੇ ਥਾਂ ਇਕੱਠੀ ਬੈਠੀ ਹੈ। ਇੱਥੇ ਅਸੀਂ ਲੜੀ ਜਾਂਦੇ ਹਾਂ। ਸੋ ਨਿਰੰਕਾਰ ਇਕੱਲਾ ਹੀ ਬੋਲਣਾ, ਸੱਚਖੰਡ ਵਸੈ ਨਿਰੰਕਾਰ, ਨਿਰੰਕਾਰ ਨੂੰ ਅਲੱਗ ਕਰਕੇ ਬੋਲਣਾ। ਸੋ ਗੁਰੂ ਜੀ ਕਹਿੰਦੇ ਹਨ ਕਿ ਉਹ ਸ਼ਕਲ ਸੂਰਤ ਤੋਂ ਰਹਿਤ ਪਰਮਾਤਮਾ, ਜਨਮ ਮਰਨ ਤੋਂ ਰਹਿਤ ਹੈ, ਤਾਂ ਆਪਣੇ ਭਗਤਾਂ ਸਮੇਤ ਸੱਚਖੰਡ ਵਿੱਚ ਵਸਦਾ ਹੈ। ਸੱਚਖੰਡ ਪਰਮੇਸ਼ਰ ਦੇ ਰਹਿਣ ਦੀ ਥਾਂ ਹੈ। ਸੱਚਖੰਡ ਪਰਮੇਸ਼ਰ ਦੇ ਰਹਿਣ ਦੀ ਥਾਂ ਹੈ, ਵਾਹਿਗੁਰੂ ਦੇ ਰਹਿਣ ਦਾ ਦੇਸ਼ ਹੈ, ਜਿਸ ਨੂੰ ਅਸੀਂ ਅਵਿਨਾਸ਼ੀ ਆਖਦੇ ਹਾਂ, ਕਰਤਾਰ ਆਖਦੇ ਹਾਂ, ਪਾਰ ਬ੍ਰਹਮ ਕਹਿੰਦੇ ਹਾਂ, ਬ੍ਰਹਮ ਕਹਿੰਦੇ ਹਾਂ, ਅਕਾਲ ਪੁਰਖ ਕਹਿੰਦੇ ਹਾਂ, ਨਾਸ਼ ਰਹਿਤ ਕਹਿੰਦੇ ਹਾਂ, ਰਚਨਹਾਰ ਕਹਿੰਦੇ ਹਾਂ, ਅਪਾਰ ਕਹਿੰਦੇ ਹਾਂ, ਅਗਾਧ ਕਹਿੰਦੇ ਹਾਂ। ਕਿੰਨੇ ਨਾਵਾਂ ਦੇ ਨਾਲ ਉਹਨੂੰ ਪੁਕਾਰਦੇ ਹਾਂ ਅਸੀਂ, ਜੋ ਸੱਚਖੰਡ ਦੇ ਵਿੱਚ ਬੈਠਾ ਹੋਇਆ ਪਾਰ ਬ੍ਰਹਮ ਪਰਮੇਸ਼ਰ। ਉੱਥੇ ਮੌਤ ਨਹੀਂ ਹੁੰਦੀ, ਉੱਥੇ ਜਨਮ ਮਰਨ ਨਹੀਂ ਹੈ, ਜਨਮ ਮਰਨ ਤੋਂ ਰਹਿਤ ਹੈ। ਜੋ ਜਨਮ ਮਰਨ ਤੋਂ ਰਹਿਤ ਹਨ ਉਹ ਉੱਥੇ ਵਸਦੇ ਹਨ, ਜਿਨ੍ਹਾਂ ਦਾ ਜਨਮ ਮਰਨ ਕੱਟਿਆ ਜਾਂਦਾ, ਕਿਉਂਕਿ ਪਰਮੇਸ਼ਰ ਆਪ ਮੌਤ ਤੋਂ ਰਹਿਤ ਹੈ, ਜਨਮ ਮਰਨ ਤੋਂ ਰਹਿਤ ਹੈ, ਸ਼ਕਲ ਸੂਰਤ ਤੋਂ ਰਹਿਤ ਹੈ। ਤਾਂ ਉੱਥੇ ਵੀ ਉਹੀ ਲੋਕ ਵਸਦੇ ਹਨ ਜੋ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਆ, ਇਸ ਕਰਕੇ ਉੱਥੇ ਮੌਤ ਨਹੀਂ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਹਿੰਦੇ ਕਿ ਉਹ ਅਨੇਕ ਹੈ ਫਿਰ ਏਕ ਹੈ, ਅਨੇਕ ਹੈ ਫਿਰ ਏਕ ਹੈ। ਉਹ ਅਨੇਕ ਰੂਪ ਹੁੰਦਾ ਹੈ ਵੀ ਇੱਕੋ ਹੀ ਹੈ। ਉਹ ਅੱਲਾ, ਰਾਮ, ਖੁਦਾ, ਵਾਹਿਗੁਰੂ, ਈਸ਼ਵਰ, ਗੋਪਾਲ ਸਭ ਕੁਛ ਹੁੰਦਾ ਹੋਇਆ ਵੀ ਫਿਰ ਇੱਕ ਹੀ ਹੋ ਜਾਂਦਾ ਹੈ। ਉਹ ਅਨਭਵ ਪ੍ਰਕਾਸ਼ ਅਮਤੋਜ ਕਹਿਜੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆ ਕਿ ਉਹ ਪਰਮੇਸ਼ਰ ਜਿਹੜਾ ਅਨਭਵ ਪ੍ਰਕਾਸ਼ ਅਮਤੋਜ ਕਹਿਜੈ, ਮਤਲਬ ਉਹ ਸੁਤੇਮਾਨ ਪ੍ਰਕਾਸ਼ ਕਹਾਉਂਦਾ ਹੈ। ਕਹਿਜੈ ਮਤਲਬ ਕਹਾਉਂਦਾ ਹੈ। ਅਮਤੋਜ, ਅਮਤੋਜ ਮਤਲਬ ਸੁਤੇਮਾਨ ਪ੍ਰਕਾਸ਼, ਅਨਭਵ ਪ੍ਰਕਾਸ਼ ਅਮਤੋਜ ਹੈ ਨਾ, ਸੁਤੇਮਾਨ ਪ੍ਰਕਾਸ਼ ਜੋ ਇੱਕ ਰਸ, ਉਹ ਪ੍ਰਕਾਸ਼ ਉਸਦਾ ਉੱਥੇ ਹੁੰਦਾ ਰਹਿੰਦਾ। ਤਾਂ ਉਹ ਅੰਦਰ ਬੈਠਾ ਹੁਕਮ ਚਲਾਏ, ਹੁਕਮੇ ਹੁਕਮ ਰਹਾਇਂਦਾ। ਉਹ ਆਪਣੇ ਸੱਚਖੰਡ ਦੇ ਵਿੱਚ ਬੈਠਾ ਹੋਇਆ ਸਾਰੇ ਜੀਵਾਂ ਉੱਪਰ ਹੁਕਮ ਚਲਾਉਂਦਾ ਹੈ। ਅਗਲੀ ਪੰਕਤੀ, ਕਰ ਕਰ ਵੇਖੈ ਨਦਰ ਨਿਹਾਲ। ਵੇਖਿਆ ਤੇ ਵਿਸ਼ਰਾਮ ਆਊਗਾ। ਕਰ ਕਰ ਵੇਖੈ ਵਿਸ਼ਰਾਮ, ਨਦਰ ਨਿਹਾਲ, ਇਸ ਤਰ੍ਹਾਂ। ਸੋ ਉੱਪਰਲੀ ਪੰਕਤੀ ਵਿੱਚ ਲਿਖਿਆ ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ ਥੱਲੇ ਆ ਗਿਆ।
ਇਹ ਇੱਕੋ ਹੀ ਗੱਲ ਆ। ਦੋਵੇਂ ਗੱਲਾਂ ਇੱਕੋ ਹੀ ਹੈ ਵੀ ਸੱਚਖੰਡ ਦੇ ਵਿੱਚ ਪਰਬ੍ਰਹਮ ਪਰਮੇਸ਼ਰ ਵਸਦਾ ਹੈ, ਨਿਰੰਕਾਰ ਵਸਦਾ ਹੈ। ਤੇ ਕਰ ਕਰ ਵੇਖਿਆ ਨਦਰ ਨਿਹਾਲ ਦਾ ਮਤਲਬ ਹੋ ਗਿਆ ਕਿ ਉਹ ਵਾਹਿਗੁਰੂ ਜਦ ਆਪਣੇ ਰਹਿਣ ਵਾਲੇ ਸੱਚਖੰਡ ਵਾਸੀ ਭਗਤਾਂ ਨੂੰ ਵੇਖਦਾ ਹੈ ਤਾਂ ਉਹ ਖੁਸ਼ ਹੋ ਜਾਂਦਾ ਹੈ। ਕਰ ਕਰ ਵੇਖੈ, ਕਰ ਕਰ ਵੇਖੈ ਨਦਰ ਨਿਹਾਲ। ਨਦਰ ਮਤਲਬ ਕਿ ਉਹ ਖੁਸ਼ ਹੋ ਜਾਂਦਾ ਹੈ। ਨਦਰ ਨਿਹਾਲ ਖੁਸ਼ ਹੋਣਾ, ਵੇਖੈ ਵੇਖਣਾ। ਨਦਰ ਆਪਣੀ ਦ੍ਰਿਸ਼ਟੀ ਨਾਲ ਆਪਣੀਆਂ ਅੱਖਾਂ ਨਾਲ ਜਦੋਂ ਸੱਚਖੰਡ ਵਿੱਚ ਬੈਠੇ ਹੋਏ ਆਪਣੇ ਸਾਹਮਣੇ ਭਗਤਾਂ ਨੂੰ ਦੇਖਦਾ ਹੈ ਤਾਂ ਖੁਸ਼ ਹੋ ਜਾਂਦਾ ਹੈ। ਤੇ ਫਿਰ ਅੱਗੇ ਇਵੇਂ ਗੱਲ ਹੈ ਵੀ ਜਦ ਸੰਤ ਭਗਤ ਸੁਤੇਮਾਨ ਪ੍ਰਕਾਸ਼ ਵਾਹਿਗੁਰੂ ਨੂੰ ਵੇਖਦੇ ਆ ਤਾਂ ਉਹ ਪਰਮੇਸ਼ਰ ਦੀ ਪਿਆਰ ਵਾਲੀ ਤੱਕਣੀ ਨਾਲ, ਉਸ ਦੀ ਪਿਆਰ ਵਾਲੀ ਨਜ਼ਰ ਨਾਲ ਨਿਹਾਲ ਹੋ ਜਾਂਦੇ ਹਨ। ਦੋਵੇਂ ਗੱਲਾਂ ਇੱਕ ਦੂਜੇ ਨੂੰ ਦੇਖ ਕੇ ਖੁਸ਼ ਰਹਿੰਦੇ ਹਨ। ਸੱਚਖੰਡ ਵਿੱਚ ਦੇ ਵਾਸੀ ਸੰਤਾਂ ਮਹਾਂਪੁਰਖਾਂ ਨੂੰ ਦੇਖ ਕੇ ਪਰਮੇਸ਼ਰ ਖੁਸ਼ ਹੁੰਦਾ ਹੈ ਤੇ ਸਾਹਮਣੇ ਬੈਠੇ ਸੰਤ ਭਗਤ ਉਸ ਸੁਤੇਮਾਨ ਪ੍ਰਕਾਸ਼ ਨੂੰ ਦੇਖ ਕੇ ਖੁਸ਼ ਹੋ ਜਾਂਦੇ ਆ। ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਰਹਿੰਦਾ। ਉਹ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦੇ ਹਨ ਤੇ ਸੰਤ ਭਗਤ ਉਹਨਾਂ ਨੂੰ ਦੇਖ ਕੇ ਖੁਸ਼ ਹੋਈ ਜਾਂਦੇ ਆ। ਆਹੀ ਨਜ਼ਾਰਾ ਬਣਿਆ ਰਹਿੰਦਾ ਉੱਥੇ ਹਰ ਵੇਲੇ। ਸੱਚਖੰਡ ਵਿੱਚ ਇਹੋ ਸਿਲਸਿਲਾ ਚੱਲਦਾ ਰਹਿੰਦਾ। ਭਗਤ ਰੱਬ ਨੂੰ ਦੇਖ ਕੇ ਖੁਸ਼ ਹੁੰਦੇ ਆ ਤੇ ਰੱਬ ਭਗਤਾਂ ਨੂੰ ਦੇਖ ਕੇ ਖੁਸ਼ ਹੋਈ ਜਾਂਦਾ। ਇਹਦਾ ਆਪਾਂ ਇੱਕ ਅਰਥ ਹੋਰ ਵੀ ਕਰ ਸਕਦੇ ਹਾਂ ਕਿ ਉਹ ਵਾਹਿਗੁਰੂ ਜਦ ਆਪਣੀ ਬਣਾਈ ਦੁਨੀਆ ਨੂੰ ਮਿਹਰ ਦੀ ਨਜ਼ਰ ਨਾਲ ਦੇਖਦਾ ਹੈ ਤਾਂ ਉਹ ਜੀਵਾਂ ਨੂੰ ਖੁਸ਼ ਤੇ ਪ੍ਰਸੰਨ ਕਰ ਦਿੰਦਾ। ਦੂਜਾ ਅਰਥ ਹੈ ਇਹਦਾ ਪੰਕਤੀ ਦਾ ਕਿ ਵਾਹਿਗੁਰੂ ਜਦ ਖੁਸ਼ੀ ਦੇ ਨਾਲ ਜੀਵਾਂ ਨੂੰ ਦੇਖਦਾ ਹੈ ਤਾਂ ਉਹ ਸੰਸਾਰ ਦੇ ਜੀਵਾਂ ਨੂੰ ਖੁਸ਼ ਅਤੇ ਪ੍ਰਸੰਨ ਕਰ ਦਿੰਦਾ ਹੈ ਨਾ। ਇਹ ਦੂਜੀ ਗੱਲ ਆ ਵੀ ਜਦੋਂ ਅਸੀਂ ਮਾੜੇ ਕੰਮ ਕਰਦੇ ਹਾਂ ਤਾਂ ਫਿਰ ਵਾਹਿਗੁਰੂ ਨਾਰਾਜ਼ਗੀ ਦੀ ਨਜ਼ਰ ਨਾਲ ਵੇਖਦੇ ਆ, ਫਿਰ ਅਸੀਂ ਬਹੁਤ ਦੁਖੀ ਪਰੇਸ਼ਾਨ ਹੋ ਜਾਂਦੇ ਆ। ਸਾਡੇ ਜੀਵਨ ਦੇ ਵਿੱਚ ਕਈ ਤਰ੍ਹਾਂ ਦੀਆਂ ਔਕੜਾਂ, ਪਰੇਸ਼ਾਨੀਆਂ, ਟਰਬਲਜ਼, ਪ੍ਰੋਬਲਮਜ਼ ਕਿੰਨੀਆਂ ਹੀ ਆ ਜਾਂਦੀਆਂ ਜਦੋਂ ਆਪਣੀ ਗੁੱਸੇ ਵਾਲੀ ਨਜ਼ਰ ਨਾਲ ਸਾਨੂੰ ਦੇਖਦਾ, ਨਾਰਾਜ਼ਗੀ ਵਾਲੀ ਨਜ਼ਰ ਨਾਲ ਦੇਖਦਾ। ਸੋ ਨਾਰਾਜ਼ਗੀ ਵਾਲੀ ਨਜ਼ਰ ਨਾਲ ਕਿਉਂ ਦੇਖਦਾ? ਜਦੋਂ ਅਸੀਂ ਪੁੱਠੇ ਕੰਮ ਕਰਦੇ ਹਾਂ। ਜਿਹੜੇ ਜੀਵ ਸਿੱਧੇ ਕੰਮ ਕਰਦੇ ਵਾਹਿਗੁਰੂ ਉਹਨਾਂ ਨੂੰ ਮਿਹਰ ਵਾਲੀ ਨਜ਼ਰ ਨਾਲ ਦੇਖਦਾ ਤੇ ਫਿਰ ਉਹਨਾਂ ਨੂੰ ਖੁਸ਼ ਕਰ ਦਿੰਦਾ। ਅਗਲੀ ਪੰਕਤੀ, ਤਿੱਥੈ ਖੰਡ ਮੰਡਲ ਵਰ ਭੰਡ। ਇੱਥੇ ਇੱਕੋ ਹੀ ਵਿਸ਼ਰਾਮ ਹੈ ਮੰਡਲ ਦੇ ਉੱਪਰ। ਤਿੱਥੈ ਖੰਡ ਮੰਡਲ ਵਰ ਭੰਡ, ਇਸ ਤਰ੍ਹਾਂ ਨਾ ਥੋੜਾ ਜਿਹਾ ਰੁਕਣਾ ਹੁੰਦਾ। ਤਿੱਥੈ ਖੰਡ ਮੰਡਲ ਵਿਸ਼ਰਾਮ ਵਰ ਭੰਡ, ਇਸ ਤਰ੍ਹਾਂ ਪੜ੍ਹਨਾ ਰੂਟੀਨ ਲਈ। ਤਿੱਥੈ ਖੰਡ ਮੰਡਲ ਵਰ ਭੰਡ, ਇੰਨਾ ਕੁ ਰੁਕਣਾ ਹੁੰਦਾ। ਵਿਸ਼ਰਾਮ ਦਾ ਮਤਲਬ ਇਹੀ ਹੁੰਦਾ, ਜ਼ਿਆਦਾ ਨਹੀਂ ਰੁਕਣਾ ਹੁੰਦਾ। ਇਹ ਨਹੀਂ ਵੀ ਅਸੀਂ ਬਸ ਚੌਂਕੜੀ ਮਾਰ ਕੇ ਬਹਿ ਜਾਈਏ ਇੱਕ ਥਾਂ ਤੇ, ਥੋੜਾ ਜਿਹਾ ਰੁਕਣਾ ਹੁੰਦਾ। ਸੋ ਇਸ ਪੰਕਤੀ ਦਾ ਅਰਥ ਹੈ ਵੀ ਤਿੱਥੇ ਖੰਡ ਮੰਡਲ ਵਰ ਭੰਡ। ਇਹਦਾ ਅਰਥ ਹੈ ਕਿ ਤਿੱਥੇ ਮੀਨਸ ਉੱਥੇ ਜਾਂ ਉਸ ਦੇ ਦੇਸ਼ ਵਿੱਚ ਸੰਸਾਰ ਦੀਆਂ ਸਾਰੀਆਂ ਧਰਤੀਆਂ, ਖੰਡ ਧਰਤੀਆਂ, ਆਕਾਸ਼ ਦੇ ਸਾਰੇ ਬ੍ਰਹਿਮੰਡ, ਖੰਡ ਮੰਡਲ, ਸੂਰਜ, ਚੰਦ, ਤਾਰੇ ਅਤੇ ਹੋਰ ਸਾਰੇ ਉਸ ਦੇ ਹੁਕਮ ਵਿੱਚ ਬੰਨੇ ਰਹਿੰਦੇ ਹਨ। ਤਿੱਥੈ ਖੰਡ ਮੰਡਲ ਵਰ ਭੰਡ, ਮਤਲਬ ਜਿੱਥੇ ਉਹ ਪ੍ਰਮਾਤਮਾ ਸੱਚਖੰਡ ਦੇ ਵਿੱਚ ਬੈਠਾ ਸਾਰੇ ਜੀਵਾਂ ਉੱਪਰ ਹੁਕਮ ਚਲਾਉਂਦਾ ਹੈ ਤਾਂ ਉੱਥੇ ਉਸ ਦੇ ਦਰਬਾਰ ਦੇ ਵਿੱਚ ਖੰਡ ਮੰਡਲ ਮਤਲਬ ਸਾਰੀਆਂ ਧਰਤੀਆਂ, ਵਰ ਭੰਡ ਮੀਨਸ ਬ੍ਰਹਿਮੰਡ, ਗਲੈਕਸੀਜ਼। ਤਾਂ ਗੁਰੂ ਜੀ ਕਹਿੰਦੇ ਨੇ ਸਾਰੀਆਂ ਧਰਤੀਆਂ ਅਤੇ ਸਾਰੇ ਬ੍ਰਹਿਮੰਡ ਉੱਥੇ ਉਸ ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਆ, ਹੁਕਮ ਦੇ ਵਿੱਚ ਬੰਨੇ ਹੋਏ ਆ। ਸੂਰਜ, ਚੰਦਰਮਾ, ਤਾਰੇ ਅਤੇ ਹੋਰ ਸਾਰੇ ਜਿੰਨੇ ਵੀ ਹਨ
ਸਾਰੇ ਉਸ ਦੇ ਹੁਕਮ ਵਿੱਚ ਬੰਨੇ ਹੋਏ ਰਹਿੰਦੇ ਆ। ਉਹ ਆਪਣੇ ਹੁਕਮ ਵਿੱਚ ਚਲਾਉਂਦਾ ਸਾਰਿਆਂ ਨੂੰ। ਦੈਨ ਫਿਰ ਅੱਗੇ, ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਹਦੇ ਵਿੱਚ ਦੋ ਵਿਸ਼ਰਾਮ ਹੈ ਇਸ ਪੰਕਤੀ ਵਿੱਚ। ਇੱਕ ਤਾਂ ਕਥਾ ਦੇ ਉੱਪਰ ਵਿਸ਼ਰਾਮ ਹੈ, ਫਿਰ ਅੰਤ ਨਾ ਇੱਥੇ ਵਿਸ਼ਰਾਮ ਹੈ। ਜਿਹੜਾ ਲਾਸਟ ਵਾਲਾ ਅੰਤ ਆ ਉਹ ਇਕੱਲਾ ਹੀ ਹੈ। ਅੰਤ ਨਾ ਅੰਤ, ਇਹਦੇ ਵਿਚਾਲੇ ਨੰਨੇ ਦੇ ਉੱਪਰ ਵਿਸ਼ਰਾਮ ਲੈਣਾ ਆਪਾਂ। ਪਰ ਇਹਦੇ ਵਿੱਚ ਦੇਖਣ ਵਾਲੀ ਗੱਲ ਹੈ ਵੀ ਤਾਂ ਅੰਤ ਨਾ ਤਾਂ ਤੱਤੇ ਨੂੰ ਕੰਨਾ ਲੱਗਿਆ ਹੋਇਆ ਤੇ ਨਾ ਹੀ ਨੰਨੇ ਨੂੰ ਕੰਨਾ ਲੱਗਿਆ ਹੋਇਆ। ਇਸ ਕਰਕੇ ਅਸੀਂ ਤੱਤੇ ਦੀ ਵੀ ਸਾਊਂਡ ਜ਼ਿਆਦਾ ਲੰਬੀ ਨਹੀਂ ਕਰਨੀ ਤੇ ਨੰਨੇ ਦੀ ਵੀ ਸਾਊਂਡ ਜ਼ਿਆਦਾ ਲੌਂਗ ਨਹੀਂ ਕਰਨੀ। ਜਿਵੇਂ ਵਿਸ਼ਰਾਮ ਹੈ, ਜੇ ਕੋ ਕਥੈ ਵਿਸ਼ਰਾਮ, ਤਾਂ ਅੰਤ ਨਾ ਵਿਸ਼ਰਾਮ, ਅੰਤ ਐਵੇਂ। ਉਂਝ ਰੂਟੀਨ ਵਿੱਚ ਐਵੇਂ ਪੜ੍ਹਨਾ। ਇਹ ਤੱਤੇ ਤੇ ਨੰਨੇ ਦੋਵੇਂ ਹੀ ਇਕੱਲੇ ਇਕੱਲੇ ਹੈ, ਕੁਛ ਨਹੀਂ ਲੱਗਿਆ ਇਹਨਾਂ ਨੂੰ, ਮੁਕਤੇ ਆ ਇਹ। ਤੇ ਇਹਨਾਂ ਦੀ ਲੰਬੀ ਆਵਾਜ਼ ਨਹੀਂ ਦੇਣੀ ਆਪਾਂ, ਲੌਂਗ ਸਾਊਂਡ ਨਹੀਂ ਦੇਣੀ। ਇਸ ਤਰ੍ਹਾਂ ਪੜ੍ਹਨਾ ਰੂਟੀਨ 'ਚ। ਜੇ ਕੋ ਕਥੈ ਤਾਂ ਅੰਤ ਨਾ ਅੰਤ, ਇਸ ਤਰ੍ਹਾਂ ਹੈ ਨਾ, ਸੌਖਾ ਜਿਹਾ ਪੜ੍ਹਨਾ, ਬੜੇ ਔਖੇ ਹੋਣ ਦੀ ਲੋੜ ਨਹੀਂ। ਸੋ ਇਸ ਪੰਕਤੀ ਦਾ ਅਰਥ ਹੈ ਜੇ ਕੋ ਕਥੈ ਤਾਂ ਅੰਤ ਨਾ ਅੰਤ। ਇਸ ਦਾ ਅਰਥ ਹੈ ਵੀ ਜੇ ਕੋਈ, ਜੇ ਕੋ ਮਤਲਬ ਜੇ ਕੋਈ ਬ੍ਰਹਮ ਦੇ ਅੰਤ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ। ਕਥਾ ਮੀਨਸ ਕਹਿਣਾ। ਜੇ ਕੋਈ ਪਾਰ ਬ੍ਰਹਮ ਪਰਮੇਸ਼ਰ ਦੇ ਅੰਤ ਨੂੰ ਕਹਿਣ ਦੀ ਕੋਸ਼ਿਸ਼ ਕਰਦਾ ਹੈ ਤਾਂ ਵੀ ਉਸ ਦਾ ਅੰਤ ਅਤੇ ਉਸ ਦੇ ਹੱਦ ਬੰਨਿਆਂ ਨੂੰ ਨਹੀਂ ਜਾਣ ਸਕਦਾ। ਅੰਤ ਨਾ ਤਾਂ ਅੰਤ ਨਾ ਵੀ ਤਾਂ ਵੀ ਉਸ ਦਾ ਅੰਤ ਨਹੀਂ ਜਾਣ ਸਕਦਾ। ਫਿਰ ਅਗਲਾ ਅੰਤ ਹੈ, ਉਸ ਨੂੰ ਕਹਿੰਦੇ ਅਸੀਂ ਹੱਦ ਬੰਨੇ। ਉਸ ਦਾ ਕੋਈ ਟਿਕਾਣਾ ਇੱਧਰ ਉੱਧਰ ਦੂਸਰੇ ਪਾਸੇ, ਇਨੀ ਸਿਨੀ ਹੈ ਨਾ, ਸਿਨੀ ਉਹ ਦੂਜਾ ਪਾਸਾ, ਵੀ ਦੂਜੇ ਪਾਸੇ ਕਿੱਥੋਂ ਤੱਕ ਕੋਈ ਪਤਾ ਨਹੀਂ ਹੈ। ਸੋ ਇਸ ਤਰ੍ਹਾਂ ਜੇ ਕੋਈ ਉਹਦੇ ਬਾਰੇ ਕਹਿਣ ਦੀ ਕੋਸ਼ਿਸ਼ ਕਰਦਾ ਹੈ ਤਾਂ ਗੁਰੂ ਜੀ ਕਹਿੰਦੇ ਹਨ ਤਾਂ ਵੀ ਉਸ ਦਾ ਕੋਈ ਅੰਤ ਨਹੀਂ ਪਾ ਸਕਦਾ, ਉਸ ਦੇ ਹੱਦ ਬੰਨਿਆਂ ਨੂੰ ਜਾਣ ਨਹੀਂ ਸਕਦਾ। ਦੈਨ ਤਿੱਥੈ ਲੋ ਲੋ ਆਕਾਰ, ਇੱਥੇ ਇੱਕੋ ਹੀ ਵਿਸ਼ਰਾਮ ਹੈ। ਤਿੱਥੈ ਲੋ ਲੋ ਵਿਸ਼ਰਾਮ, ਆਕਾਰ, ਇਸ ਤਰ੍ਹਾਂ। ਪਰ ਇਹਦੇ ਵਿੱਚ ਸਾਡੇ ਕੋਲ ਗਲਤੀ ਹੁੰਦੀ ਆ, ਅਸੀਂ ਲੋ ਲੋ ਕਹਿੰਦੇ ਇਹਨੂੰ, ਲੱਲੇ ਹੋੜਾ ਐੜਾ, ਫਿਰ ਅੱਗੇ ਲੱਲੇ ਹੋੜਾ ਐੜਾ, ਐੜਾ ਲੱਗਿਆ ਹੋਇਆ ਹੈ, ਅਸੀਂ ਐੜੇ ਨੂੰ ਛੱਡ ਜਾਂਦੇ ਆ। ਲੱਲੇ ਹੋੜਾ ਕੱਲਾ ਹੀ ਲੱਲੇ ਹੋੜਾ ਬੋਲਦੇ ਲੋ। ਤਿੱਥੇ ਲੋ ਲੋ ਆਕਾਰ, ਤਿੱਥੇ ਲੋ ਲੋ ਆਕਾਰ, ਲੋ ਲੋ ਆਕਾਰ, ਹੈ ਨਾ, ਲੋ ਲੋ ਏਦਾਂ ਬੋਲਣਾ। ਲੋ ਲੋ ਮਤਲਬ ਐੜਾ ਪੂਰਾ ਨਹੀਂ ਬੋਲਣਾ ਗਾ, ਬਾਹਰ ਨਹੀਂ ਕੱਢਣੀ ਆਵਾਜ਼ ਇਹਦੀ, ਮੂੰਹ 'ਚ ਹੀ ਰੱਖਣੀ ਹੈ, ਸ਼ਾਰਟ ਸਾਊਂਡ ਦੇਣਾ ਇਹਨੂੰ। ਫਿਰ ਇੱਕ ਸਾਡੇ ਕੋਲ ਗਲਤੀ ਹੁੰਦੀ, ਅਸੀਂ ਕਹਿੰਦੇ ਆਕਾਰ, ਬਟ ਇੱਥੇ ਐੜੇ ਨੂੰ ਕੰਨਾ ਲੱਗਿਆ, ਐੜੇ ਕੰਨਾ ਆ, ਕੱਕੇ ਕੰਨਾ ਕਾ ਰਾਰਾ, ਆਕਾਰ ਐ, ਆਕਾਰ ਨਹੀਂ ਕਹਿਣਾ, ਆੜੇ ਨੂੰ ਕੰਨਾ ਲਾਉਣਾ, ਆਕਾਰ, ਇਸ ਤਰ੍ਹਾਂ ਬੋਲਣਾ। ਤਿੱਥੈ ਲੋ ਲੋ ਆਕਾਰ, ਇਸ ਤਰ੍ਹਾਂ। ਸੋ ਇਸ ਪੰਕਤੀ ਦਾ ਅਰਥ ਹੈ ਤਿੱਥੈ ਮੀਨਸ ਉੱਥੇ, ਉਸ ਬ੍ਰਹਿਮੰਡ ਦੇ ਵਿੱਚ, ਉਸ ਸੱਚਖੰਡ ਦੇ ਵਿੱਚ, ਜਿਹੜਾ ਸੱਚਖੰਡ ਸੀ ਜਿਸ ਨੂੰ ਕਹਿੰਦੇ ਆ। ਅਸੀਂ ਨੋਰਮਲੀ ਜਦੋਂ ਪੰਜ ਖੰਡਾਂ ਦੀ ਮੀਨਿੰਗ ਕਰਦੇ ਤਾਂ ਅਸੀਂ ਕਹਿੰਦੇ ਆ ਇਹ ਸਾਡੀ ਆਤਮਾ ਦੀਆਂ ਅਵਸਥਾਵਾਂ ਹੈ, ਸਾਡੇ ਸਰੀਰ ਦੀਆਂ ਹੀ, ਉੱਤੇ ਕੁਛ ਨਹੀਂ ਹੈ, ਕੋਈ ਸੱਚ, ਕੋਈ ਐਵੇਂ ਗੱਲਾਂ ਬਣਾਈਆਂ ਵੀ ਆ ਕਰਮ ਖੰਡ ਆ ਤੇ ਆ ਫਲਣਾ, ਕੁਛ ਨਹੀਂ ਹੈ ਕਹਿੰਦੇ। ਤਾਂ ਸੱਚਖੰਡ ਨੂੰ ਕਿਤੇ ਕਿਤੇ ਮੰਨ ਲੈਂਦੇ ਵੀ ਸੱਚਖੰਡ ਹੈਗਾ, ਬਟ ਪਿੱਛੇ ਜੇ ਕਿਸੇ ਬਹੁਤ ਹੀ ਫੇਵਰੇਟ ਬੰਦੇ ਨੇ ਜੋ ਸਿੱਖ ਧਰਮ ਦਾ ਬਹੁਤ ਵੱਡਾ ਆਗੂ ਹੈ, ਉਹਦਾ ਨਾਮ ਨਹੀਂ ਲੈਂਦੇ ਆਪਾਂ, ਬਹੁਤ ਫੇਵਰੇਟ ਆਦਮੀ ਹੈ, ਬੜੇ ਵੱਡੇ ਵੱਡੇ ਦੀਵਾਨ ਲੱਗਦੇ ਉਹਦੇ, ਤੇ ਪਿੱਛੇ ਜੇ ਉਹਨੇ ਕਹਿਤਾ ਲਓ ਜੀ ਸਾਰਾ ਕੁਛ ਤਾਂ ਹੀ ਟੰਗ ਰੱਖਿਆ ਸਿੱਖਾਂ ਨੇ,
ਅਸੀਂ ਲੋਕਾਂ ਨੇ ਜਾਂ ਸਾਡੇ ਪੁਜਾਰੀਆਂ ਨੇ ਜਾਂ ਸਾਡੇ ਪ੍ਰਚਾਰਕਾਂ ਨੇ ਸੱਚਖੰਡ ਵੀ ਤਾਂ ਜੀ, ਫਲਾਨੀ ਖੰਡ ਵੀ ਤਾਂ ਜੀ, ਤਾਂ ਸਾਰਾ ਕੁਝ ਉੱਪਰ ਹੀ ਰੱਖ ਛੱਡਿਆ। ਨਹੀਂ, ਕਹਿੰਦੇ ਸਾਰਾ ਕੁਝ ਬੰਦੇ ਦੇ ਅੰਦਰ ਹੀ ਹੈ। ਅੰਦਰ ਦੀਆਂ ਆਤਮਿਕ ਅਵਸਥਾ ਨਾਮ ਜਪਣ ਦੇ ਨਾਲ ਪੈਦਾ ਹੁੰਦੀਆਂ ਤੇ ਉਹ ਅਵਸਥਾਵਾਂ ਹੁੰਦੀਆਂ। ਪਰ ਜਿਹੜਾ ਸੱਚਖੰਡ ਹੈ, ਸੱਚਖੰਡ ਇੱਕ ਜਗ੍ਹਾ ਪਰਮੇਸ਼ਰ ਦੇ ਰਹਿਣ ਦੀ। ਸੱਚਖੰਡ ਸਾਡਾ ਸਰੀਰ ਨਹੀਂ ਆ। ਕਈ ਲੋਕ ਕਹਿੰਦੇ ਸਰੀਰ ਹੀ ਸੱਚਖੰਡ ਹੈ, ਪਰ ਸੱਚਖੰਡ ਸਰੀਰ ਨਹੀਂ ਆ। ਸੱਚਖੰਡ ਪਾਰਬ੍ਰਹਮ ਪਰਮੇਸ਼ਰ ਦੇ ਵਸਣ ਦੀ ਥਾਂ ਹੈ, ਜਿੱਥੇ ਉਹ ਦੁਨੀਆ ਬਣਾਉਣ ਤੋਂ ਪਹਿਲਾਂ ਵੀ ਵਸਦਾ ਸੀ ਤੇ ਇੱਕ ਰੰਗ ਦੇ ਵਿੱਚ ਬੈਠਾ ਸੀ, ਤੇ ਦੁਨੀਆ ਬਣਾਉਣ ਤੋਂ ਬਾਅਦ ਵੀ ਉਹ ਉੱਥੇ ਹੀ ਉਸੇ ਹੀ ਰੰਗ ਵਿੱਚ ਬੈਠਾ। ਜਿਵੇਂ ਪਿੱਛੇ ਸਤਿਗੁਰੂ ਜੀ ਨੇ ਕਿਹਾ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਵੀ ਨਾ ਤਾਂ ਉਸ ਪ੍ਰਮਾਤਮਾ ਨੂੰ ਕਿਸੇ ਨੇ ਬਣਾਇਆ, ਤੇ ਜਿਹੜੀ ਜਗ੍ਹਾ ਤੇ ਉਹ ਬੈਠਾ ਹੋਇਆ, ਜਿਹੜੇ ਆਸਣ ਤੇ ਸੱਚਖੰਡ ਦੇ ਵਿੱਚ ਬੈਠਾ ਹੋਇਆ, ਨਾ ਉਸ ਨੂੰ ਉੱਥੇ ਕਿਸੇ ਨੇ ਬਿਠਾਇਆ। ਆਪੇ ਆਪ ਨਿਰੰਜਨ ਸੋਏ, ਉਹ ਆਪਣੇ ਆਪ ਦੇ ਵਿੱਚ ਹੀ ਪੈਦਾ ਹੋਇਆ ਹੈ, ਤੇ ਇਸ ਕਰਕੇ ਉਹ ਅੱਜ ਤੱਕ ਨਿਰੰਜਨ, ਦਾਗ ਤੋਂ ਰਹਿਤ ਹੈ, ਦੋਸ਼ਾਂ ਤੋਂ ਰਹਿਤ ਹੈ। ਉਸ ਨੂੰ ਕੋਈ ਦੋਸ਼ ਨਹੀਂ ਲਾ ਸਕਦਾ, ਉਹਦਾ ਕੋਈ ਦੋਸ਼ ਨਹੀਂ ਮੰਨਦਾ। ਸਾਰੇ ਆਪਣੇ ਆਪਣੇ ਕਰਮਾਂ ਦੇ ਦੋਸ਼ ਮੰਨਦੇ ਆ। ਉਹ ਦਾਗ ਦੋਸ਼ ਤੋਂ ਰਹਿਤ ਹੈ, ਕਾਲਖ ਤੋਂ ਰਹਿਤ ਹੈ, ਆਪਣੇ ਆਪ ਤੋਂ ਪੈਦਾ ਹੋਇਆ, ਤੇ ਉਹ ਆਪਣੀ ਜਗ੍ਹਾ ਤੇ ਬੈਠਾ, ਜਿਸ ਨੂੰ ਅਸੀਂ ਸੱਚਖੰਡ ਕਹਿੰਦੇ ਆ। ਸੋ ਲੋਹ ਲੋਹ ਦਾ ਅਰਥ ਹੈ ਤਿੱਥ, ਲੋਹ ਲੋਹ ਇਹਦਾ ਅਰਥ ਹੈ ਵੀ ਜਿਹੜੀਆਂ ਧਰਤੀਆਂ, ਕਿੰਨੀਆਂ ਧਰਤੀਆਂ ਹਨ, ਭਾਰਤ ਖੰਡ ਦੀ ਧਰਤੀ, ਹੋਰ ਦੇਸ਼ਾਂ ਦੀਆਂ ਧਰਤੀਆਂ, ਹੋਰ ਟਾਪੂ ਹੋ ਗਏ, ਜਿੰਨੀਆਂ ਵੀ ਧਰਤੀਆਂ ਹਨ। ਆਕਾਰ, ਆਕਾਰ ਮਤਲਬ ਸ਼ੇਪ, ਸ਼ਕਲ, ਸੂਰਤ ਹੈ ਨਾ। ਆਕਾਰ ਦਾ ਮਤਲਬ ਹੁੰਦਾ ਰੂਪ ਜਾਂ ਸ਼ਕਲ, ਸੂਰਤ ਜਾਂ ਸ਼ੇਪ, ਜੋ ਦੇਖਣ ਦੇ ਵਿੱਚ ਕਿਵੇਂ ਦੀ ਦਿਖਾਈ ਦਿੰਦੀ ਹੈ। ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਵੀ ਉੱਥੇ ਕਈ ਦੇਸ਼ਾਂ, ਤਿੱਥੇ ਮਤਲਬ ਹੋ ਗਿਆ ਉੱਥੇ, ਸੱਚਖੰਡ ਦੇ ਵਿੱਚ ਬੈਠਿਆਂ, ਉੱਥੇ ਕਈ ਦੇਸ਼ਾਂ, ਕਈ ਧਰਤੀਆਂ ਤੇ ਕਈ ਬ੍ਰਹਿਮੰਡਾਂ ਦੀ ਰਚਨਾ ਹੋਈ ਹੈ। ਪ੍ਰਮਾਤਮਾ ਨੇ ਆਪਣੇ ਸੱਚਖੰਡ ਦੇ ਵਿੱਚ ਕਈ ਦੇਸ਼ਾਂ, ਕਈ ਧਰਤੀਆਂ ਦੀ, ਕਈ ਖੰਡਾਂ ਬ੍ਰਹਿਮੰਡਾਂ ਦੀ ਰਚਨਾ ਕੀਤੀ ਹੈ ਪ੍ਰਮਾਤਮਾ ਨੇ। ਤੇ ਉੱਥੇ ਇਹ ਸਾਰੇ ਛੋਟੇ ਛੋਟੇ ਆਕਾਰ ਵਿੱਚ, ਭਾਵ ਛੋਟੇ ਛੋਟੇ ਰੂਪਾਂ ਦੇ ਵਿੱਚ ਦਿਖਾਈ ਦਿੰਦੇ ਆ। ਉੱਥੇ ਬੈਠਿਆਂ ਇਹ ਸਾਰੀਆਂ ਧਰਤੀਆਂ ਛੋਟੀਆਂ ਛੋਟੀਆਂ ਦਿਖਾਈ ਦਿੰਦੀਆਂ। ਜਿਵੇਂ ਸੈਟੇਲਾਈਟ ਜਾਂ ਸਕਾਈਲਾਰਕ ਉੱਤੋਂ ਸਾਡੀ ਧਰਤੀ ਆਮਲੇ ਦੀ ਸ਼ਕਲ 'ਚ ਦਿਖਦੀ, ਜਾਂ ਲੱਡੂ ਵਾਂਗੂ ਦਿਖਦੀ ਹੈ, ਛੋਟੀ ਜੀ। ਉੱਥੇ ਬੈਠੇ ਜਿਵੇਂ ਸੈਟੇਲਾਈਟ ਤੋਂ ਫੋਟੋ ਖਿੱਚਦੇ ਹਾਂ ਆਪਾਂ, ਛੋਟੀਆਂ ਛੋਟੀਆਂ ਧਰਤੀਆਂ ਦਿਖਾਈ ਦਿੰਦੀਆਂ, ਲੱਡੂ ਦੀ ਸ਼ਕਲ 'ਚ, ਨਿੰਬੂ ਦੀ ਸ਼ਕਲ 'ਚ, ਜਿੱਡੀ ਕਿ ਨਿੰਬੂ, ਲੈਮਨ ਹੁੰਦਾ ਹੈ, ਜਿੱਡਾ ਕਿ ਲੱਡੂ ਹੁੰਦਾ ਹੈ, ਇਸ ਤਰ੍ਹਾਂ ਦਿਖਦੀਆਂ ਉੱਥੋਂ। ਤੇ ਪ੍ਰਮਾਤਮਾ ਨੂੰ ਵੀ ਸੱਚਖੰਡ ਦੇ ਵਿੱਚ, ਪ੍ਰਮਾਤਮਾ ਦੇ ਦੁਆਰੇ ਦੇ ਉੱਪਰ ਵੀ ਇਹ ਐਸੇ ਤਰ੍ਹਾਂ ਛੋਟੇ ਛੋਟੇ ਰੂਪ ਦੇ ਵਿੱਚ ਪਈਆਂ ਹੋਈਆਂ ਦਿਖਾਈ ਦਿੰਦੀਆਂ। ਮਤਲਬ ਉੱਥੋਂ, ਉੱਥੇ ਸਾਰੇ ਪ੍ਰਕਾਸ਼ ਰੂਪ ਵਿੱਚ ਹੀ ਹਨ। ਜਿੰਨੀਆਂ ਚੀਜ਼ਾਂ ਉੱਥੇ ਜੋ ਵੀ ਹਨ, ਉੱਥੇ ਸਾਰੇ ਪ੍ਰਕਾਸ਼ ਰੂਪ ਵਿੱਚ ਹੀ ਹਨ, ਤੇ ਪ੍ਰਕਾਸ਼ ਹੀ ਤੁਰੇ ਫਿਰਦੇ ਆ ਉੱਥੇ। ਉੱਥੇ ਸਰੀਰ ਰੂਪ ਕੋਈ ਨਹੀਂ ਹੈ, ਉੱਥੇ ਸਾਰੇ ਪ੍ਰਕਾਸ਼ ਰੂਪ ਹਨ। ਭਾਵ ਜਿਵੇਂ ਇੱਕ ਰੋਸ਼ਨੀ ਤੁਰੀ ਫਿਰਦੀ ਹੁੰਦੀ ਹੈ, ਇੱਕ ਲਾਈਟ ਦੂਰ ਸਾਨੂੰ ਤੁਰੀ ਫਿਰਦੀ ਦਿਖਾਈ ਦਿੰਦੀ ਹੈ, ਉੱਥੇ ਸਥੂਲ ਕੋਈ ਵੀ ਚੀਜ਼ ਨਹੀਂ ਹੈ। ਸਾਰੀਆਂ ਸੂਖਸ਼ਮ ਚੀਜ਼ਾਂ ਆਉਂਦੀਆਂ ਸੱਚਖੰਡ ਦੇ ਵਿੱਚ। ਜਿਹੜੀਆਂ ਸਾਡੀਆਂ ਦੇਹਾਂ ਇੱਥੇ ਰਹਿ ਜਾਂਦੀਆਂ, ਸਾਡੀਆਂ ਆਤਮਾਵਾਂ ਸੂਖਸ਼ਮ ਰੂਪ ਦੇ ਵਿੱਚ ਸੱਚਖੰਡ ਦੇ ਵਿੱਚ ਵਾਸਾ ਕਰਦੀਆਂ, ਤੇ ਫਿਰ ਇੱਕ ਪ੍ਰਕਾਸ਼ ਦੇ ਰੂਪ ਵਿੱਚ ਉੱਥੇ ਦਿਖਾਈ ਦਿੰਦੀਆਂ। ਕਿਉਂਕਿ ਪ੍ਰਮਾਤਮਾ ਆਪ ਸੁਤੇਮਨ ਪ੍ਰਕਾਸ਼ ਹੈ, ਤੇ ਉਸ ਸੱਚਖੰਡ ਦੇ ਵਿੱਚ ਵੀ ਜੋ ਵੀ ਪਹੁੰਚਦਾ ਹੈ
ਉਹ ਸੂਖਸ਼ਮ ਰੂਪ ਦੇ ਵਿੱਚ ਪ੍ਰਕਾਸ਼ ਰੂਪ ਵਿੱਚ ਦਿਖਾਈ ਦਿੰਦਾ ਹੈ। ਇਹ ਵਿਦਵਾਨ ਪੁਰਸ਼ਾਂ ਦੀ ਗੁਰਬਾਣੀ ਦੇ ਅਰਥ ਵਿਖਿਆਨ ਅਤੇ ਉੱਥੋਂ ਦੀ ਵਿਵਸਥਾ ਹੈ, ਉੱਥੋਂ ਦਾ ਵਿਖਿਆਨ ਕੀਤਾ। ਜਿਵੇਂ ਪ੍ਰਿੰਸੀਪਲ ਗੰਗਾ ਸਿੰਘ ਨੇ ਇੱਕ ਵਾਰੀ ਬਹੁਤ ਭਾਰੀ ਦੀਵਾਨ ਦੇ ਵਿੱਚ ਇਹ 5 ਖੰਡਾਂ ਦਾ ਵਿਖਿਆਨ ਕੀਤਾ, ਲੈਕਚਰ ਦਿੱਤਾ, ਸਪੀਚ ਦਿੱਤੀ। ਸੰਤ ਮਸਤੂਆਣੇ ਵਾਲੇ ਬਾਬਾ ਅਤਰ ਸਿੰਘ ਜੀ ਬੈਠੇ ਸਨ ਉੱਥੇ। ਤਾਂ ਸਮਾਪਤੀ ਤੋਂ ਬਾਅਦ ਉਹਨਾਂ ਨੇ ਕਿਹਾ, ਕਹਿੰਦੇ ਵਾਹ ਗੰਗਾ ਸਿੰਘ ਜੀ, ਤੁਸੀਂ ਤਾਂ ਅੱਜ ਅਨੁਭਵੀ ਆਨੰਦ, ਸੱਚਖੰਡ ਦਾ ਆਨੰਦ ਮਹਿਸੂਸ ਕਰਾ ਦਿੱਤਾ। ਉੱਥੋਂ ਦੇ ਨਜ਼ਾਰੇ ਇੱਦਾਂ ਲੱਗਦਾ ਸੀ ਕਿ ਉੱਥੋਂ ਦੇ ਨਜ਼ਾਰਿਆਂ ਵਿੱਚ ਹੀ ਅਸੀਂ ਬੈਠੇ ਹਾਂ। ਉੱਥੋਂ ਦੇ ਸੁੱਖ ਤੇ ਆਨੰਦ ਨੂੰ ਮਹਿਸੂਸ ਕਰਾ ਦਿੱਤਾ। ਇਸ ਤਰ੍ਹਾਂ ਜਿਹੜੇ ਵਿਦਵਾਨ ਪੁਰਸ਼ ਹੈ ਉਹ ਗੁਰਬਾਣੀ ਦੀ ਵਿਆਖਿਆ ਜਦੋਂ ਕਰਦੇ ਆ ਨਾ, ਉਹ ਫਿਰ ਉਸੇ ਆਨੰਦ ਦੇ ਵਿੱਚ ਜਾ ਕੇ ਕਰਦੇ ਆ। ਉੱਥੋਂ ਦੇ ਜੋ ਪਰਬ੍ਰਹਮ ਪਰਮੇਸ਼ਰ ਨੇ ਸੱਚਖੰਡ ਬਣਾਇਆ ਤੇ ਉਹਦੀ ਰੂਪ ਰੇਖਾ, ਉਹਦੀ ਪਿਕਚਰ, ਉਹਦਾ ਸਕੈਚ ਜਾਂ ਉਹਦਾ ਚਿੱਤਰ ਗੁਰੂ ਨਾਨਕ ਦੇਵ ਜੀ ਨੇ ਇਹਨਾਂ 5 ਖੰਡਾਂ ਦੇ ਵਿੱਚ ਜਪਜੀ ਸਾਹਿਬ ਵਿੱਚ ਕੀਤਾ। ਉਹਨੂੰ ਹੂ ਬਹੂ ਉਵੇਂ ਜਿਵੇਂ ਟਰਾਂਸਲੇਟ ਕਰਦੇ ਆ ਜਿਹੜੇ ਵਿਦਵਾਨ ਪੁਰਸ਼ ਹੈ। ਇਹ ਗੱਲ ਵੱਖਰੀ ਹੈ ਵੀ ਅਸੀਂ ਕਿਤਾਬਾਂ ਪੜ੍ਹਨ ਵਾਲੇ ਵਿਦਵਾਨ ਆ, ਕਿਤਾਬਾਂ ਪੜ੍ਹ ਕੇ ਗਿਆਨੀ ਬਣੇ ਆ, ਤੇ ਸਾਡੀ ਬੁੱਧੀ ਦੁਨਿਆਵੀ ਹੈ। ਅਸੀਂ ਦੁਨਿਆਵੀ ਤੌਰ ਤੇ ਹੀ ਸੋਚਦੇ ਹਾਂ, ਦੁਨਿਆਵੀ ਤੌਰ ਤੇ ਗੁਰਬਾਣੀ ਦੇ ਅਰਥ ਕਰਦੇ ਹਾਂ। ਜਿਹੋ ਜਿਹਾ ਸਾਡਾ ਰਹਿਣੀ ਬਹਿਣੀ ਹੁੰਦੀ ਹੈ, ਜਿਹੋ ਜਿਹਾ ਸਾਡਾ ਜੀਵਨ ਹੁੰਦਾ, ਜਿਹੋ ਜਿਹੀ ਸਾਡੀ ਸੋਚ ਹੁੰਦੀ ਹੈ, ਜਿਹੋ ਜਿਹੇ ਸਾਡੇ ਵਿਚਾਰ ਹੁੰਦੇ ਆ, ਉਵੇਂ ਅਸੀਂ ਗੁਰਬਾਣੀ ਨੂੰ ਸਮਝ ਲੈਂਦੇ ਹਾਂ। ਪਰ ਗੁਰਬਾਣੀ ਬ੍ਰਹਮ ਬਾਣੀ ਹੈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ। ਇਹ ਬਾਣੀ ਧੁਰ ਤੋਂ ਆਈ ਹੈ, ਬ੍ਰਹਮਾਂਡ ਦੇ ਵਿੱਚੋਂ ਆਈ ਹੈ, ਬ੍ਰਹਮ ਦੀ ਭੇਜੀ ਹੋਈ ਹੈ। ਤੇ ਇਹਦੇ ਵਿੱਚ ਬ੍ਰਹਮ ਦੀਆਂ ਗੱਲਾਂ, ਬ੍ਰਹਮ ਦੀ ਪਹਿਚਾਣ ਹੈ, ਬ੍ਰਹਮ ਦੀ ਜਾਣਕਾਰੀ ਹੈ। ਨਿਰੰਕਾਰ ਦੇ ਗੁਣ ਹਨ ਇਹਦੇ ਵਿੱਚ, ਨਿਰੰਕਾਰ ਦੀ ਰੂਪ ਰੇਖਾ ਹੈ। ਸੋਹਣੇ ਨੱਕ ਜਿਨ ਲੰਬੜੇ ਵਾਲਾ, ਹਾਂ ਕਿਤੇ ਇੱਕ ਸ਼ਬਦ ਦੇ ਵਿੱਚ ਬੜੀ ਸੋਹਣੀ ਰੂਪ ਰੇਖਾ ਗੁਰੂ ਅਰਜਨ ਦੇਵ ਜੀ ਨੇ ਪਰਬ੍ਰਹਮ ਪਰਮੇਸ਼ਰ ਦੀ ਬਣਾਈ ਕਿ ਇਹ ਵਾਹਿਗੁਰੂ ਤੇਰਾ ਨੱਕ ਬਹੁਤ ਸੋਹਣਾ ਹੈ, ਤੇਰੇ ਲੰਮੇ ਲੰਮੇ ਵਾਲ ਹਨ, ਹਨਾ। ਇਹ ਸ਼ਬਦ ਨੂੰ ਕਦੇ ਪੜ੍ਹ ਕੇ ਦੇਖੋ, ਕੱਢ ਕੇ ਸੱਚ ਕਰਕੇ, ਪੂਰਾ ਮੈਨੂੰ ਵੀ ਨਹੀਂ ਯਾਦ। ਸੋ ਪਰ ਉਹਦੇ ਵਿੱਚ ਪਰਮੇਸ਼ਰ ਦੀ ਰੂਪ ਰੇਖਾ, ਉਸ ਦਾ ਸੁੰਦਰ ਚਿਹਰਾ ਵਰਣਨ ਕੀਤਾ, ਸੋਹਣਾ ਨੱਕ, ਸੋਹਣੇ ਵਾਲ। ਤਾਂ ਇਸ ਤਰ੍ਹਾਂ ਸੋਹਣਾ ਮਿੱਠ ਬੋਲੜਾ, ਤਾਂ ਗੁਰਬਾਣੀ ਵਿੱਚ ਵੀ ਲਿਖਿਆ ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ ਰਾਮ, ਹਨਾ। ਕਿੰਨਾ ਪਿਆਰਾ ਬੋਲਣ ਵਾਲਾ ਪਰਮੇਸ਼ਰ ਹੈ। ਇਸ ਤਰ੍ਹਾਂ ਸੋ ਆਪਾਂ ਵਿਚਾਰ ਕਰ ਰਹੇ ਸੀ ਵੀ ਤਿੱਥੇ ਲੋ ਲੋ ਆਕਾਰ, ਲੋ ਐ ਨਹੀਂ ਬੋਲਣਾ, ਆ ਇਹ ਲੰਮਾ ਸਾਊਂਡ ਨਹੀਂ ਦੇਣਾ, ਥੋੜਾ ਜਿਹਾ ਲੋ ਆਕਾਰ। ਤਾਂ ਇਹਦਾ ਅਰਥ ਇਸੇ ਤਰ੍ਹਾਂ ਹੀ ਹੈ। ਗੁਰੂ ਜੀ ਕਹਿੰਦੇ ਹਨ ਵੀ ਉਹ ਜਿੱਥੇ ਪ੍ਰਮਾਤਮਾ ਨੇ ਸਾਰੀਆਂ ਧਰਤੀਆਂ ਦੀ, ਲੋ ਮਤਲਬ ਧਰਤੀਆਂ, ਬ੍ਰਹਿਮੰਡ, ਗਲੈਕਸੀਜ਼, ਅਰਥ, ਜੋ ਵੀ ਪ੍ਰਮਾਤਮਾ ਨੇ ਉੱਥੇ ਬੈਠ ਕੇ ਸੱਚਖੰਡ ਵਿੱਚ ਬੈਠ ਕੇ ਇਹਨਾਂ ਸਾਰਿਆਂ ਦੀ ਰਚਨਾ ਕੀਤੀ, ਬਣਾਈ ਆ ਉੱਥੇ ਬੈਠ ਕੇ। ਤੇ ਜਿਹੜੇ ਸੱਚਖੰਡ ਦੇ ਵਾਸੀ ਹਨ ਤੇ ਉਹਨਾਂ ਨੂੰ ਉੱਥੇ ਬੈਠਿਆਂ ਇਹ ਧਰਤੀਆਂ ਛੋਟੀਆਂ ਛੋਟੀਆਂ ਦਿਖਾਈ ਦਿੰਦੀਆਂ। ਜਿਵੇਂ ਸੈਟੇਲਾਈਟ ਦੇ ਰਾਹੀਂ ਜੋ ਪਿਕਚਰਸ ਆਉਂਦੀਆਂ ਧਰਤੀ ਦੀਆਂ, ਉਹ ਕਿੰਨੀਆਂ ਛੋਟੀਆਂ ਛੋਟੀਆਂ ਹੁੰਦੀਆਂ। ਇਸ ਤਰ੍ਹਾਂ ਅੱਗੇ ਚੱਲਦੇ ਜੀ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਹੁਕਮ ਦੇ ਉੱਤੇ ਵਿਸ਼ਰਾਮ ਆਊਗਾ ਇੱਕੋ ਹੀ। ਜਿਵ ਜਿਵ ਹੁਕਮ ਵਿਸ਼ਰਾਮ ਤਿਵੈ ਤਿਵਕਾਰ, ਇਸ ਤਰ੍ਹਾਂ ਵਿਸ਼ਰਾਮ ਮਤਲਬ ਥੋੜਾ ਜਿਹਾ ਰੁਕਣਾ। ਜਿਵ ਜਿਵ ਹੁਕਮ ਤਿਵੈ ਤਿਵਕਾਰ, ਇਸ ਤਰ੍ਹਾਂ ਉਚਾਰਨ ਕਰਨਾ ਇਹਦਾ। ਤਾਂ ਇਸ ਪੰਕਤੀ ਦਾ ਅਰਥ ਹੈ ਕਿ ਜਿਵੇਂ ਜਿਵੇਂ ਵਾਹਿਗੁਰੂ ਜੀ ਫਰਮਾਉਂਦੇ ਹਨ, ਹੁਕਮ ਮੀਨਸ ਹੁਕਮ ਹੋਣਾ, ਫਰਮਾਉਣਾ, ਆਰਡਰ ਕਰਨਾ। ਜਿਵੇਂ ਜਿਵੇਂ ਵਾਹਿਗੁਰੂ ਜੀ ਹੁਕਮ ਫਰਮਾਉਂਦੇ ਹਨ, ਇਹ ਸਾਰੀਆਂ ਧਰਤੀਆਂ, ਸਾਰੇ ਸਮੁੰਦਰ, ਆਕਾਸ਼ ਦੇ ਸਾਰੇ ਮੰਡਲ ਅਤੇ ਦੁਨੀਆ ਦੇ ਸਾਰੇ ਜੀਵ ਉਸੇ ਤਰ੍ਹਾਂ ਹੀ ਕੰਮ ਕਰਦੇ ਹਨ।
ਵਾਹਿਗੁਰੂ ਸੱਚਖੰਡ ਦੇ ਵਿੱਚ ਅੰਦਰ ਬੈਠਾ ਹੁਕਮ ਚਲਾਵੇ। ਸੱਚਖੰਡ ਦੇ ਵਿੱਚ ਬੈਠਾ ਜਿਵੇਂ ਹੁਕਮ ਕਰਦਾ ਹੈ ਨਾ, ਜਿਵੇਂ ਜਿਵੇਂ ਹੁਕਮ ਕਰਦਾ ਹੈ, ਉਵੇਂ ਸੰਸਾਰ ਦੀਆਂ ਸਾਰੀਆਂ ਧਰਤੀਆਂ, ਸਾਰੇ ਸਮੁੰਦਰ, ਆਕਾਸ਼ ਦੇ ਵਿੱਚ ਜਿੰਨੀਆਂ ਗਲੈਕਸੀਜ਼ ਹੈ, ਸੂਰਜ, ਚੰਦਰਮਾ, ਤਾਰੇ ਹਨ, 27 ਨਛੱਤਰ ਹਨ, ਤੇ ਹੋਰ ਸਾਰੇ ਮੰਡਲ, ਤੇ ਸੰਸਾਰ ਦੇ ਸਾਰੇ ਜੀਵ, ਕੁੱਤਾ, ਬਿੱਲੀ, ਮਨੁੱਖ, ਹਾਥੀ, ਘੋੜਾ, ਕੀੜਾ ਮਕੌੜਾ ਜੋ ਵੀ ਹਨ, ਸਾਰੇ ਹੀ ਉਸੇ ਤਰ੍ਹਾਂ ਹੀ ਕਰਦੇ ਜਿਵੇਂ ਉਹਦਾ ਹੁਕਮ ਹੁੰਦਾ ਹੈ। ਅਗਲੀ ਪੰਕਤੀ, ਵੇਖੈ ਵਿਗਸੈ ਕਰ ਵਿਚਾਰ। ਇੱਥੇ ਇੱਕੋ ਹੀ ਵਿਸ਼ਰਾਮ ਹੈ ਵਿਗਸੈ ਦੇ ਉੱਪਰ। ਵੇਖੈ ਵਿਗਸੈ ਵਿਸ਼ਰਾਮ, ਕਰ ਵਿਚਾਰ, ਇਸ ਤਰ੍ਹਾਂ। ਹੁਣ ਇੱਥੇ ਆਪਾਂ ਇੱਥੇ ਸਾਡੇ ਕੋਲ ਗਲਤੀ ਹੋ ਜਾਂਦੀ ਮੇਬੀ, ਵੇਖੇ ਵਿਗਸੇ ਕਰ ਵਿਚਾਰ ਬੋਲਦੇ ਹਾਂ ਅਸੀਂ, ਵੇਖੇ ਵਿਗਸੇ ਕਰ ਵਿਚਾਰ, ਇਹ ਗਲਤ ਹੈ। ਖੱਖੇ ਨੂੰ ਦੋ ਲਾਵਾਂ ਲੱਗੀਆਂ, ਖੈ ਮਤਲਬ ਵੇਖੈ, ਫਿਰ ਸੱਸੇ ਨੂੰ ਦੋ ਲਾਵਾਂ ਲੱਗੀਆਂ, ਵਿਗਸੈ। ਵਿਗਸੇ ਨਹੀਂ ਕਹਿਣਾ, ਵਿਗਸੈ। ਵੇਖੈ ਨੂੰ ਵੇਖੇ ਨਹੀਂ ਕਹਿਣਾ, ਵੇਖੈ ਕਹਿਣਾ, ਵੇਖੈ, ਫਿਰ ਅੱਗੇ ਵਿਗਸੈ, ਇਸ ਤਰ੍ਹਾਂ ਬੋਲਣਾ। ਵੇਖੈ ਵਿਗਸੈ ਕਰ ਵਿਚਾਰ, ਵਿਚਾਰ ਵਾਵੇ ਨੂੰ ਬਿਹਾਰੀ ਲੱਗੀ, ਡਬਲ ਈ ਦੀ ਸੌਣ ਦੇਣੀ, ਵਿਚਾਰ, ਇਸ ਤਰ੍ਹਾਂ ਬੋਲਣਾ। ਵੇਖੈ ਵਿਗਸੈ ਕਰ ਵਿਚਾਰ। ਸੋ ਇਸ ਪੰਕਤੀ ਦਾ ਅਰਥ ਹੈ ਕਿ ਵਾਹਿਗੁਰੂ ਆਪਣੀ ਬਣਾਈ ਰਚਨਾ ਦੇ ਵਿੱਚੋਂ ਉਸ ਦੇ ਹੁਕਮ ਵਿੱਚ ਚੱਲਣ ਵਾਲਿਆਂ ਨੂੰ ਦੇਖ ਕੇ ਖੁਸ਼ ਹੁੰਦਾ ਅਤੇ ਆਪਣੀ ਮਰਜ਼ੀ ਨਾਲ ਚੱਲਣ ਵਾਲਿਆਂ ਦੇ ਕਰਮ ਦੇਖ ਕੇ ਉਹਨਾਂ ਉੱਪਰ ਵਿਚਾਰ ਕਰਦਾ ਹੈ ਕਿ ਹੁਣ ਇਸ ਨੂੰ ਕੀ ਸਜ਼ਾ ਦੇਵਾਂ। ਸਮਝ ਆਈ ਗੱਲ ਦੀ? ਇਹ ਇੱਕ ਪੰਕਤੀ ਦੇ ਵਿੱਚ ਦੋ ਗੱਲਾਂ ਕਹੀਆਂ। ਵੇਖੈ ਵਿਗਸੈ, ਵਿਗਸੈ ਮੀਨਸ ਖੁਸ਼ ਹੋਣਾ, ਵੇਖੈ ਮੀਨਸ ਵੇਖਣਾ। ਹੁਣ ਅੱਧੀ ਪੰਕਤੀ ਦੇ ਵਿੱਚ ਗੁਰੂ ਜੀ ਕਹਿੰਦੇ ਵੇਖੈ ਵਿਗਸੈ, ਮਤਲਬ ਜਿਹੜੀ ਪ੍ਰਮਾਤਮਾ ਨੇ ਦੁਨੀਆ ਬਣਾਈ ਹੈ ਤਾਂ ਵਾਹਿਗੁਰੂ ਜੀ ਦੇਖਦੇ ਆ ਕਿ ਇੰਨੀ ਦੁਨੀਆ ਦੇ ਵਿੱਚੋਂ ਜਿਹੜੇ ਜਿਹੜੇ ਲੋਕ ਉਹਦੇ ਹੁਕਮ ਵਿੱਚ ਚੱਲਦੇ ਆ, ਉਹਦੀ ਗੱਲ ਨੂੰ ਮੰਨਦੇ ਆ, ਉਹਦੇ ਭਾਣੇ ਦੇ ਵਿੱਚ ਚੱਲਦੇ ਆ, ਤਾਂ ਵਾਹਿਗੁਰੂ ਉਹਨਾਂ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਵਿਗਸੈ ਮਤਲਬ ਖੁਸ਼ ਹੁੰਦਾ ਵੇਖ ਕੇ। ਫਿਰ ਅੱਗੇ ਲਿਖਿਆ ਕਰ ਵਿਚਾਰ। ਕਰ ਵਿਚਾਰ ਦਾ ਅਰਥ ਹੈ ਜੋ ਮਨੁੱਖ ਆਪਣੀ ਮਨ ਮਰਜ਼ੀ ਨਾਲ, ਜੋ ਮਨੁੱਖ ਆਪਣੀ ਮਨ ਮਰਜ਼ੀ ਕਰਦੇ ਹਨ ਤੇ ਮਨ ਮਰਜ਼ੀ ਕਰਨ ਵਾਲਿਆਂ ਦੇ ਕਰਮ ਦੇਖ ਕੇ ਜੋ ਵਾਹਿਗੁਰੂ ਹੈ, ਫਿਰ ਉਹਨਾਂ ਦੇ ਕੰਮਾਂ ਨੂੰ ਦੇਖ ਕੇ ਵਿਚਾਰ ਕਰਦਾ ਕਿ ਇਹ ਤਾਂ ਭੈੜਾ ਬੰਦਾ ਆਪਦੀ ਮਨ ਮਰਜ਼ੀ ਕਰੀ ਜਾਂਦਾ, ਸਾਡੇ ਆਖੇ ਨਹੀਂ ਲੱਗਦਾ, ਪਾਪ ਕਰਦਾ, ਕੁਕਰਮ ਕਰਦਾ, ਚੁਗਲੀ ਕਰਦਾ, ਲੜਾਈ ਝਗੜੇ ਕਰਦਾ, ਹੋਰ ਬੜੇ ਮਾੜੇ ਕਰਮ ਕਰਦਾ। ਇਹ ਤਾਂ ਸਾਰੀਆਂ ਹੀ ਗੱਲਾਂ ਆਪਦੀ ਮਰਜ਼ੀ ਨਾਲ ਹੀ ਕਰੀ ਜਾਂਦਾ, ਸਾਡਾ ਕਿਹਾ ਤਾਂ ਕੁਛ ਮੰਨਦਾ ਹੀ ਨਹੀਂ। ਤਾਂ ਫਿਰ ਪਰਮੇਸ਼ਰ ਉਹਦੇ ਕੰਮਾਂ ਨੂੰ ਦੇਖ ਦੇਖ ਕੇ ਵਿਚਾਰ ਕਰਦਾ ਕਿ ਹੁਣ ਇਸ ਨੂੰ ਕਿਹੜੀ ਸਜ਼ਾ ਦੇਣੀ ਆ। ਕਰ ਵਿਚਾਰ, ਦੋ ਗੱਲਾਂ ਦੇ ਵਿੱਚ, ਠੀਕ ਹੈ ਨਾ? ਵੀ ਚੰਗੇ ਕਰਮ ਕਰਨ ਵਾਲਿਆਂ ਨੂੰ ਦੇਖ ਦੇਖ ਕੇ ਵਾਹਿਗੁਰੂ ਖੁਸ਼ ਹੁੰਦਾ ਤੇ ਮਾੜੇ ਕੰਮ ਕਰਨ ਵਾਲਿਆਂ ਨੂੰ ਵੇਖ ਵੇਖ ਕੇ ਵਾਹਿਗੁਰੂ ਉਹਨਾਂ ਦੇ ਕੰਮਾਂ ਤੇ ਵਿਚਾਰ ਕਰਦਾ। ਫਿਰ ਅੱਗੇ, ਨਾਨਕ ਕਥਨਾ ਕਰੜਾ ਸਾਰ। ਇੱਥੇ ਦੋ ਵਿਸ਼ਰਾਮਾਂ, ਨਾਨਕ ਤੇ ਥੋੜਾ ਜਿਹਾ ਰੁਕਣਾ ਹੈ, ਇੱਥੇ ਵਿਸ਼ਰਾਮ ਹੈਗਾ ਇੱਕ। ਫਿਰ ਕਥਨਾ ਤੇ ਵੀ ਵਿਸ਼ਰਾਮ ਹੈ। ਨਾਨਕ ਵਿਸ਼ਰਾਮ, ਕਥਨਾ ਵਿਸ਼ਰਾਮ, ਕਰੜਾ ਸਾਰ, ਇਹ ਇੱਕੋ ਹੀ ਸ਼ਬਦ ਹੈ, ਕਰੜਾ ਸਾਰ, ਇਕੱਠਾ ਹੀ ਬੋਲਣਾ ਹੈ। ਬਟ ਇਹਨਾਂ ਦੋਵਾਂ ਤੇ ਥੋੜਾ ਥੋੜਾ, ਨਾਨਕ ਤੇ ਥੋੜਾ ਜਿਹਾ ਰੁਕਣਾ ਹੁੰਦਾ, ਇਹਨੂੰ ਅਲਪ ਵਿਸ਼ਰਾਮ ਕਹਿੰਦੇ। ਜਿੱਥੇ ਥੋੜਾ ਜਿਹਾ ਰੁਕਣਾ ਅਲਪ ਵਿਸ਼ਰਾਮ, ਜਿੱਥੇ ਥੋੜਾ ਜਿਹਾ ਜ਼ਿਆਦਾ ਰੁਕਣਾ ਉਹ ਅਰਧ ਵਿਸ਼ਰਾਮ ਹੋ ਗਿਆ। ਇਸ ਤਰ੍ਹਾਂ ਬੋਲਣਾ ਆਪਾਂ, ਨਾਨਕ ਕਥਨਾ ਕਰੜਾ ਸਾਰ, ਨਾਨਕ ਕਥਨਾ ਕਰੜਾ ਸਾਰ, ਇਸ ਤਰ੍ਹਾਂ। ਸੋ ਇਸ ਦਾ ਅਰਥ ਹੈ, ਨਾਨਕ ਮਤਲਬ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ, ਕਥਨਾ ਮਤਲਬ ਕਹਿਣਾ ਹੁੰਦਾ, ਕਥਨ ਦਾ ਅਰਥ ਹੈ ਕਹਿਣਾ। ਸੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਨ,
ਉਸ ਸਚਾਈ ਵਾਲੇ ਦੇਸ਼ ਬਾਰੇ ਕਹਿਣਾ, ਉਸ ਸਚਾਈ ਵਾਲੇ ਦੇਸ਼ ਬਾਰੇ ਕਹਿਣਾ ਇੰਨਾ ਔਖਾ ਹੈ ਕਿ ਜਿੰਨਾ ਤੱਤਸਾਰ ਵਾਲਾ ਲੋਹਾ ਸਖਤ ਹੁੰਦਾ ਹੈ। ਲੋਹੇ ਕਈ ਤਰ੍ਹਾਂ ਦੇ, ਕੱਚਾ ਲੋਹਾ, ਪੱਕਾ ਲੋਹਾ, ਇੱਕ ਸਰਬ ਲੋਹ ਹੁੰਦੀ ਪੱਕੇ ਲੋਹੇ ਨਾਲੋਂ ਵੀ ਜ਼ਿਆਦਾ ਸਖਤ ਹੁੰਦਾ। ਤਾਂ ਪੱਕਾ ਲੋਹਾ ਜਿਹੜਾ ਸਰਬ ਲੋਹ ਹੁੰਦਾ ਨਾ, ਬਹੁਤ ਹੀ ਕਰੜਾ ਤੇ ਸਖਤ ਹੁੰਦਾ। ਉਹਦੇ ਤੇ ਜਿੰਨੀਆਂ ਸੱਟਾਂ ਮਰਜ਼ੀ ਪਈ ਜਾਣ, ਨਾ ਉਹ ਟੁੱਟਦਾ ਤੇ ਨਾ ਉਹ ਵਿੰਗਾ ਹੁੰਦਾ, ਟੇਢਾ ਹੁੰਦਾ। ਮਹਾਰਾਜਾ ਰਣਜੀਤ ਸਿੰਘ ਜੀ ਦੇ ਜਿਹੜੇ ਪਿਤਾ ਜੀ ਸਨ ਨਾ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਉਹਨਾਂ ਨੂੰ ਇੱਕ ਮਿਸਤਰੀ ਨੇ ਤਲਵਾਰ ਬਣਾ ਕੇ ਦਿੱਤੀ ਸੀ। ਉਸ ਤਲਵਾਰ ਵਾਲੇ ਲੋਹੇ ਨੂੰ ਉਸਨੇ ਬਹੁਤ ਵਾਰੀ ਅੱਗ ਦੇ ਵਿੱਚ ਲਾਲ ਕਰ ਕਰਕੇ ਤਪਾ ਕੇ, ਇੱਕ ਵਾਰੀ ਤਪਾ ਕੇ ਉਹਦੇ ਉੱਤੇ 100 ਵਾਰੀ 100 ਵਾਰੀ ਹਥੌੜਾ ਮਾਰਦਾ ਸੀਗਾ। ਤੇ ਜਦੋਂ ਉਹਨੇ ਤਲਵਾਰ ਬਣਾਈ, ਉਹਦੇ ਉੱਤੇ ਉਸਨੇ ਤਲਵਾਰ ਬਣਾ ਕੇ ਗਰਮ ਕਰਕੇ ਉਸ ਦੇ ਉੱਪਰ 100 ਹਥੌੜਾ ਜ਼ੋਰ ਦੀ ਮਾਰ ਕੇ ਉਸ ਨੂੰ ਪੱਕਿਆਂ ਕੀਤਾ। ਤੇ ਜਦੋਂ ਉਹਨੇ ਸਰਦਾਰ ਚੜ੍ਹ ਸਿੰਘ ਨੂੰ ਇੱਕ ਤਲਵਾਰ ਭੇਟ ਕੀਤੀ ਸੀ ਤੇ ਕਿਹਾ ਸੀ, ਮਹਾਰਾਜੇ ਬਹੁਤ ਪੱਕੇ ਲੋਹੇ ਦੀ ਹੈ, ਇਸ ਨੂੰ ਮੈਂ 100 ਹਥੌੜਾ ਮਾਰ ਕੇ ਪੱਕਿਆਂ ਕੀਤਾ। ਉਹਨੂੰ ਕਹਿੰਦੇ ਆ ਸਰਬ ਲੋਹ। ਜਿਹੜੇ ਸਾਡੇ ਕੜੇ ਪਾਏ ਹੁੰਦੇ ਆ ਨਾ, ਸਰਬ ਲੋਹ ਦਾ ਕੜਾ ਪਾਇਆ, ਸਰਬ ਲੋਹ ਦਾ ਬਾਟਾ ਜਿਹਦੇ ਵਿੱਚ ਅੰਮ੍ਰਿਤ ਤਿਆਰ ਕੀਤਾ ਜਾਂਦਾ। ਨਿਹੰਗਾਂ ਸਿੰਘਾਂ ਕੋਲੇ ਜਿਹੜੇ ਬਾਟੇ ਹੁੰਦੇ ਆ ਉਹ ਸਰਬ ਲੋਹ ਦੇ ਹੁੰਦੇ ਆ, ਬਟ ਹੁਣ ਤਾਂ ਬਾਜ਼ਾਰ ਦੇ ਵਿੱਚੋਂ ਆਮ ਨੋਰਮਲ ਲੋਹੇ ਨੂੰ ਹੀ ਮਸ਼ੀਨਾਂ ਦੇ ਨਾਲ ਬਣਾ ਕੇ ਦੇਈ ਜਾਂਦੇ, ਕਹਿੰਦੇ ਸਰਬ ਲੋਹ ਜੀ, ਸਰਬ ਲੋਹ। ਸੋ ਲੋਹ ਵਿਚਾਰ ਉਹਨੂੰ ਸਾਰ ਦਾ ਅਰਥ ਹੁੰਦਾ ਲੋਹਾ, ਸਖਤ ਲੋਹਾ। ਕਰੜਾ ਮਤਲਬ ਸਖਤ, ਸਾਰ ਮਤਲਬ ਲੋਹਾ। ਗੁਰੂ ਨਾਨਕ ਦੇਵ ਜੀ ਕਹਿੰਦੇ ਹਨ ਕਿ ਜਿਸ ਤਰ੍ਹਾਂ ਲੋਹਾ ਕਰੜੇ ਲੋਹੇ, ਜਿੰਨਾ ਕਰੜਾ ਲੋਹਾ ਸਖਤ ਹੁੰਦਾ ਹੈ, ਓਨਾ ਹੀ ਔਖਾ ਪਰਮਾਤਮਾ ਦੇ ਦੇਸ਼ ਬਾਰੇ ਕਹਿਣਾ। ਇਹਦੇ ਇਸ ਤਰ੍ਹਾਂ ਵੀ ਅਰਥ ਕੀਤੇ ਜਾਂਦੇ ਆ, ਕਰੜਾ ਸਾਰ ਵੀ ਲੋਹੇ ਦੇ ਚਣੇ, ਲੋਹੇ ਦੀਆਂ ਗੋਲੀਆਂ ਛੋਟੀਆਂ ਛੋਟੀਆਂ। ਕਹਿੰਦੇ ਜਿਸ ਤਰ੍ਹਾਂ ਲੋਹਾ ਚਬਾਉਣਾ ਔਖਾ ਹੈ, ਲੋਹੇ ਨੂੰ ਖਾਣਾ ਔਖਾ ਹੈ, ਲੋਹੇ ਦੇ ਚਣੇ ਖਾਣੇ ਔਖੇ ਹਨ, ਇਸੇ ਤਰ੍ਹਾਂ ਉਸ ਨਿਰੰਕਾਰ ਦੇ ਦੇਸ਼ ਸੱਚਖੰਡ ਬਾਰੇ ਕਹਿਣਾ ਔਖਾ ਹੈ। ਨਾਲੇ ਗੁਰੂ ਨਾਨਕ ਦੇਵ ਜੀ ਨੇ ਸਾਰਾ ਕੁਝ ਕਹਿ ਦਿੱਤਾ ਸੱਚਖੰਡ ਬਾਰੇ, ਵੀ ਉੱਥੇ ਬੈਠਾ ਧਰਤੀਆਂ ਇੱਦਾਂ ਦਿਖਦੀਆਂ, ਉੱਥੇ ਸੁਤੇਮਾਨ ਪ੍ਰਕਾਸ਼ ਹੈ, ਉੱਥੇ ਰਹਿਣ ਵਾਲੇ ਬ੍ਰਹਮ ਗਿਆਨੀ ਭਗਤ ਸੰਤ ਸੂਖਸ਼ਮ ਰੂਪ ਦੇ ਵਿੱਚ, ਪ੍ਰਕਾਸ਼ ਰੂਪ ਵਿੱਚ ਉੱਥੇ ਰਹਿੰਦੇ ਹਨ। ਸਾਰੀਆਂ ਗੱਲਾਂ ਦੱਸ ਵੀ ਦਿੱਤੀਆਂ ਗੁਰੂ ਜੀ ਨੇ। ਫਿਰ ਵੀ ਪੌੜੀ ਦੇ ਐਂਡ ਵਿੱਚ ਲਾਸਟ ਪੰਕਤੀ ਵਿੱਚ ਕਹਿੰਦੇ ਆ ਕਿ ਉਸ ਸਚਾਈ ਵਾਲੇ ਦੇਸ਼ ਸੱਚਖੰਡ ਬਾਰੇ ਕਹਿਣਾ ਇੰਨਾ ਔਖਾ ਹੈ ਜਿਵੇਂ ਲੋਹੇ ਦੇ ਚਣੇ ਖਾਣੇ ਔਖੇ ਹੋਣ। ਵਾਹਿਗੁਰੂ ਦੇ ਗੁਣਾਂ ਨੂੰ ਕਹਿਣਾ ਸੋਨਾ ਚਾਂਦੀ ਤੇ ਰਤਨਾਂ ਦੇ ਬਰਾਬਰ ਹੈ, ਪਰ ਉਸ ਦੇ ਅੰਤ ਦੀ ਗੱਲ ਕਰਨਾ ਲੋਹੇ ਦੇ ਚਣੇ ਖਾਣ ਵਾਲੀ ਗੱਲ ਹੈ। ਯਾਨੀ ਕਿ ਵਾਹਿਗੁਰੂ ਦੇ ਗੁਣ ਕਹਿਣੇ, ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ, ਸੋਨਾ ਚਾਂਦੀ ਤੇ ਹੋਰ ਰਤਨਾ, ਡਾਇਮੰਡ, ਪੰਨਾ ਵਗੈਰਾ ਵਗੈਰਾ ਜਿਵੇਂ ਕੀਮਤੀ ਹੈ, ਇਸ ਤਰ੍ਹਾਂ ਵਾਹਿਗੁਰੂ ਦੇ ਨਾਮ ਦੀਆਂ ਕਥਾ ਕਹਾਣੀਆਂ ਬਹੁਤ ਕੀਮਤੀਆਂ ਹਨ। ਤੇ ਇਸ ਤਰ੍ਹਾਂ ਹੈ, ਕਹਿਣੀਆਂ ਸੌਖੀਆਂ ਔਰ ਸੋਨਾ ਚਾਂਦੀ ਰਤਨਾਂ ਦੇ ਬਰਾਬਰ ਦੇ ਮੁੱਲ ਦੀ ਤੋਂ ਵੀ ਜ਼ਿਆਦਾ ਹਨ। ਪਰ ਜੇ ਅਸੀਂ ਉਹਦੇ ਅੰਤ ਦੀ ਗੱਲ ਕਰੀਏ, ਗੁਰੂ ਨਾਨਕ ਦੇਵ ਜੀ ਕਹਿੰਦੇ ਭਾਈ ਉਹਦੇ ਅੰਤ ਦੀ ਗੱਲ ਕਰਨਾ ਤਾਂ ਇੰਨੀ ਔਖੀ ਹੈ ਜਿਵੇਂ ਲੋਹੇ ਦੇ ਚਣੇ ਖਾਣੇ ਹੋਣ। ਲੋਹੇ ਦੇ ਚਣੇ ਖਾਣ ਵਾਲੀ ਗੱਲ ਹੈ ਵਾਹਿਗੁਰੂ ਦੇ ਅੰਤ ਦੀ ਗੱਲ ਕਰਨਾ। ਸੋ ਪਿਆਰੀ ਸਾਧ ਸੰਗਤ ਜੀ, ਇੱਥੋਂ ਤੱਕ 37 ਪੌੜੀਆਂ ਪੂਰੀਆਂ ਹੋ ਗਈਆਂ, 37 ਪੌੜੀਜ਼ ਕੰਪਲੀਟ ਹੋ ਗਈਆਂ। ਤਾਂ ਇਸ ਦੇ ਵਿੱਚ 5 ਖੰਡਾਂ ਦੀ ਜੋ ਵਾਰਤਾ ਵਿਖਿਆਨ ਸੀ ਉਹ ਵੀ ਪੂਰਾ ਹੋ ਗਿਆ, ਕਿਉਂਕਿ 34ਵੀਂ ਪੌੜੀ ਤੋਂ ਲੈ ਕੇ 37ਵੀਂ ਪੌੜੀ ਤੱਕ ਇਹਨਾਂ ਪੌੜੀਆਂ ਵਿੱਚ ਗੁਰੂ ਜੀ ਨੇ 5 ਖੰਡਾਂ ਦੀ ਗੱਲ ਕੀਤੀ ਹੈ।
ਤਾਂ ਗੁਰੂ ਜੀ ਨੇ ਬਹੁਤ ਡਿਟੇਲ ਦੇ ਨਾਲ ਸਾਨੂੰ ਸਮਝਾਇਆ ਪੰਜਾਂ ਖੰਡਾਂ ਬਾਰੇ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਸੱਚ ਖੰਡ। ਬਹੁਤ ਹੀ ਡਿਟੇਲ ਨਾਲ ਸਤਿਗੁਰੂ ਜੀ ਨੇ ਸਾਨੂੰ ਸਮਝਾਉਣਾ ਕੀਤਾ। ਤੇ ਅਸੀਂ ਇਸ ਤਰ੍ਹਾਂ ਇਹਨਾਂ ਖੰਡਾਂ ਨੂੰ ਸੌਖੇ ਤਰੀਕੇ ਨਾਲ ਵੀ ਸਮਝ ਸਕਦੇ ਹਾਂ। ਜਿਵੇਂ ਧਰਮ ਖੰਡ ਮਤਲਬ ਮਨੁੱਖ ਨੂੰ ਪਹਿਲਾਂ ਧਰਮੀ ਬਣਨਾ ਪਵੇਗਾ। ਗਿਆਨ ਖੰਡ ਮਤਲਬ ਫਿਰ ਜਦੋਂ ਮਨੁੱਖ ਜਦੋਂ ਤੂੰ ਧਰਮੀ ਬਣ ਗਿਆ ਤਾਂ ਫਿਰ ਤੈਨੂੰ ਆਪਣੇ ਆਪ ਗਿਆਨ ਹੋ ਜਾਵੇਗਾ ਕਿ ਮੈਂ ਕੀ ਹਾਂ, ਮੈਂ ਕੌਣ ਹਾਂ। ਤੇਰੇ ਮਨ ਦੀ ਅਵਸਥਾ ਗਿਆਨ ਖੰਡ ਵਿੱਚ ਚਲੀ ਜਾਊਗੀ। 3 ਨੰਬਰ ਤੇ ਫਿਰ ਸਰਮ ਖੰਡ ਆਉਂਦਾ, ਮਤਲਬ ਫਿਰ ਤੈਨੂੰ ਆਪਣੇ ਪਿਛਲੇ ਜੀਵਨ ਕਰਮ ਉੱਤੇ ਸ਼ਰਮ ਮੀਨਸ ਸ਼ਰਮ ਤੇ ਲੱਜਾ ਆਏਗੀ ਅਤੇ ਤੇਰੇ ਅੰਦਰ ਪ੍ਰਮਾਤਮਾ ਦੇ ਪਿਆਰ ਦਾ ਵਿਰਾਗ ਆ ਜਾਣਾ ਅਤੇ ਤੇਰਾ ਹੰਕਾਰ ਦੂਰ ਹੋ ਜਾਊਗਾ। ਸਰਮ ਖੰਡ ਦਾ ਮਤਲਬ ਇਹ ਹੈ। ਕਰਮ ਖੰਡ ਦਾ ਮਤਲਬ ਵੀ ਜਦੋਂ ਵਿਰਾਗ ਆ ਗਿਆ ਤਾਂ ਫਿਰ ਤੇਰੇ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਣੀ। ਕਰਮ ਮਤਲਬ ਕਿਰਪਾ, ਫਿਰ ਤੇਰੇ ਉੱਤੇ ਵਾਹਿਗੁਰੂ ਦਾ ਕਰਮ ਹੋ ਜਾਊਗਾ, ਵਾਹਿਗੁਰੂ ਦੀ ਕਿਰਪਾ ਹੋ ਜਾਊਗੀ। ਫਿਰ 5ਵਾਂ ਆ ਗਿਆ ਸੱਚਖੰਡ। ਸੱਚਖੰਡ ਦਾ ਅਰਥ ਹੈ ਕਿ ਫਿਰ ਆਏਗਾ ਅੱਗੇ ਸੱਚਖੰਡ, ਰੱਬ ਦਾ ਘਰ ਜਿਸ ਵਿੱਚ ਜੀਵ ਦਾ ਵਾਸਾ ਹੋ ਜਾਂਦਾ। ਇਹ 4 ਸਟੈਪ ਦੇ ਵਿੱਚੋਂ ਲੰਘਣਾ ਪੈਂਦਾ ਮਨੁੱਖ ਨੂੰ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ। ਇਹਨਾਂ ਅਵਸਥਾਵਾਂ ਦੇ ਵਿੱਚ ਪਹੁੰਚਦਾ ਹੋਇਆ ਮਨੁੱਖ, ਇਹਨਾਂ ਸਥਾਨਾਂ ਦੇ ਵਿੱਚ ਦੀ ਹੁੰਦਾ ਹੋਇਆ ਮਨੁੱਖ ਫਿਰ ਸੱਚਖੰਡ ਪਹੁੰਚਦਾ। ਤੇ ਹੁਣ ਅਸੀਂ ਐਵੇਂ ਸੱਚਖੰਡ ਪਹੁੰਚਾ ਦਿੰਦੇ ਬੰਦੇ ਨੂੰ। ਜਿਹੜਾ ਬੰਦਾ ਕਦੇ ਗੁਰਦੁਆਰੇ ਨਹੀਂ ਗਿਆ ਹੁੰਦਾ, ਜਿਸ ਬੰਦੇ ਨੇ ਕਦੇ ਸਵੇਰੇ ਉੱਠ ਕੇ ਰੱਬ ਦਾ ਨਾਂ ਨਹੀਂ ਲਿਆ ਹੁੰਦਾ, ਸਤਸੰਗ ਨਹੀਂ ਕੀਤੀ ਹੁੰਦੀ, ਸਾਰਾ ਦਿਨ ਤਾਸ਼ ਕੁੱਟਦਾ ਰਹਿੰਦਾ ਉੱਥੇ ਬੈਠਾ, ਸਾਰਾ ਦਿਨ ਗਲੀਆਂ ਦੇ ਮੋੜਾਂ ਤੇ ਬੈਠਦਾ ਚੁਗਲੀਆਂ ਕਰਦਾ ਰਹਿੰਦਾ, ਸਾਰਾ ਦਿਨ ਗੇਮ ਪਲੇ ਕਰਦਾ ਰਹਿੰਦਾ, ਤੇ ਜਦੋਂ ਮਰ ਜਾਂਦਾ ਤੇ ਅਸੀਂ ਉਸ ਨੂੰ 1 ਮਿੰਟ 'ਚ ਸੱਚਖੰਡ ਪਹੁੰਚਾ ਦਿੰਦੇ ਹਾਂ। ਸੱਚਖੰਡ ਵਾਸੀ ਫਲਾਣਾ ਸਿੰਘ, ਮਹਾਰਾਜ ਇਹਨੂੰ ਸੱਚਖੰਡ ਵਿੱਚ ਨਿਵਾਸ ਦੇਣਾ। ਸਾਡੇ ਕਹਿਣ ਨਾਲ ਪ੍ਰਮਾਤਮਾ ਸੱਚਖੰਡ 'ਚ ਕਿਵੇਂ ਨਿਵਾਸ ਦੇ? ਅਸੀਂ ਤਾਂ ਐ ਤੋਰ ਦਿੰਦੇ ਹਾਂ ਉਸ ਨੂੰ ਵੀ ਜਿਵੇਂ ਟ੍ਰੇਨ ਦੀ ਟਿਕਟ ਲੈ ਕੇ ਹਜ਼ੂਰ ਸਾਹਿਬ ਭੇਜਣਾ ਹੋਵੇ, ਲੈ ਤੈਨੂੰ ਟਿਕਟ ਦੇਤੀ ਆ ਤੇ ਤੂੰ ਚੜ ਜਾ, ਬੈਠ ਜਾ ਤੇ ਹਜ਼ੂਰ ਸਾਹਿਬ ਉਤਰ ਜੀ ਜਾ ਕੇ। ਤੇ ਗਿਆ ਕਦੇ ਉਹ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੱਕ ਨਹੀਂ ਹੁੰਦਾ ਤੇ ਅਸੀਂ ਉਹਨੂੰ ਸੱਚਖੰਡ ਪਹੁੰਚਾ ਦਿੰਦੇ ਹਾਂ। ਕਦੇ LRT ਦੇ ਸਟੇਸ਼ਨ ਤੱਕ ਨਹੀਂ ਗਿਆ। ਅਸੀਂ ਸੋਚਦੇ ਸੀ ਵੀ LRT ਤੇ ਚੜਾਉਣਾ, ਚਲੋ ਜੀ ਚੜਾਤਾ। ਨਹੀਂ, ਇਹ ਠੀਕ ਹੈ ਕਿ ਦੁਨੀਆਦਾਰੀ ਆ। ਸ਼ਰਮ ਮਹਿਸੂਸ ਕਰਦੇ ਜਦੋਂ ਬੰਦੇ ਨੂੰ ਮ੍ਰਿਤਕ ਕਹਿਣ ਵਾਸਤੇ, ਉਹਦੀ ਮ੍ਰਿਤਕ ਦੇ ਜਾਂ ਉਹ ਕਦੋਂ ਮ੍ਰਿਤਕ ਹੋਇਆ, ਉਹਦੀ ਮ੍ਰਿਤੂ ਕਦੋਂ ਹੋਈ, ਉਹ ਹੁਣ ਮਰ ਗਿਆ ਐ ਨਹੀਂ ਅਸੀਂ ਕਹਿੰਦੇ ਉਹ ਸੱਚਖੰਡ ਵਾਸੀ ਜੀ, ਸੁਰਗਵਾਸੀ ਫਲਾਣਾ ਸਿੰਘ। ਸੋ ਰੋਹ ਵਿਚਾਰ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇਹਨਾਂ 5 ਖੰਡਾਂ ਦੀ ਗੱਲ ਕੀਤੀ ਹੈ ਤੇ 4 ਖੰਡਾਂ ਨੂੰ ਕ੍ਰੋਸ ਕਰਕੇ ਇਹਨਾਂ ਅਵਸਥਾਵਾਂ ਨੂੰ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਇਹਨਾਂ ਪੋਜੀਸ਼ਨ ਦੇ ਵਿੱਚ ਦੀ ਲੰਘਣਾ ਪੈਂਦਾ ਬੰਦੇ ਨੂੰ। ਇਹੋ ਜਿਹੀਆਂ ਅਵਸਥਾ ਕ੍ਰੋਸ ਕਰਨੀਆਂ ਪੈਂਦੀਆਂ, ਫਿਰ ਕਿਤੇ ਜਾ ਕੇ ਮਨੁੱਖ ਸੱਚਖੰਡ ਦਾ ਵਾਸੀ ਹੁੰਦਾ ਹੈ। ਸੋ ਹੁਣ ਇਸ ਤੋਂ ਅੱਗੇ ਆਪਾਂ 38ਵੀਂ ਪੌੜੀ ਦੇ ਅਰਥ ਕਰਨੇ ਆ। ਤਾਂ ਹੁਣ ਤੱਕ ਆਪਾਂ ਜਿਹੜੇ 5 ਖੰਡਾਂ ਦੀ ਵਾਰਤਾ ਸੀ ਉਹ ਸੰਪੂਰਨ ਹੋ ਗਈ ਹੈ। 37ਵੀਂ ਪੌੜੀ ਵੀ ਪੂਰੀ ਹੋ ਗਈ ਹੈ ਤੇ ਅਗਲੀ ਜੋ 38ਵੀਂ ਪੌੜੀ ਦੇ ਅਰਥ ਉਚਾਰਨ ਤੇ ਵਿਸ਼ਰਾਮ ਅਸੀਂ ਅਗਲੇ ਪਾਠ ਦੇ ਵਿੱਚ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।